ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਰਾਜਨੀਤੀ ਬਾਰੇ ਖਾਸ ਕਰ ਰਾਜਨੀਤੀ ਦੇ ਵਿੱਚ ਔਰਤਾਂ ਦੇ ਪ੍ਰਤੀ ਰਾਜਨੀਤੀ ਦਾ ਨਜ਼ਰੀਆ ਕੀ ਹੈ, ਲੋਕਾਂ ਦਾ ਨਜ਼ਰੀਆ ਕੀ ਹੈ। ਬਹੁਤ ਵਾਰੀ ਇਹ ਗੱਲਾਂ ਬਾਤਾਂ ਹੋ ਚੁੱਕੀਆਂ, ਕਈ ਵਾਰੀ ਇਸੇ ਗੱਲਾਂ ਬਾਤਾਂ ਕਰ ਲਈਆਂ। ਹੁਣ ਇਸ ਵੇਲੇ ਜਦੋਂ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਬਹੁਤ ਨੇੜਿਓਂ ਗੱਲਾਂ ਬਾਤਾਂ ਸੁਣ ਰਹੇ ਹਾਂ ਕਿ ਫੈਡਰਲ ਇਲੈਕਸ਼ਨ ਆ ਰਹੀ ਹੈ, ਜਿਹੜੀ ਸਾਡੀ ਕੈਨੇਡਾ ਦੀ ਫੈਡਰਲ ਇਲੈਕਸ਼ਨ ਆ ਥੋੜ੍ਹੇ ਸਮੇਂ ਦੇ ਵਿੱਚ ਹੀ ਅਨਾਊਂਸ ਹੋ ਜਾਣੀ ਆ। ਹਾਲਾਤ ਜਿਹੜੇ ਰਾਜਨੀਤਿਕ ਪੰਡਤ ਆ ਉਹ ਦੱਸ ਰਿਹਾ ਕਿ ਇਸ ਤਰ੍ਹਾਂ ਦੇ ਬਣੇ ਆ ਅਤੇ ਹਿਲਜੁਲ ਥੋੜ੍ਹੀ ਸ਼ੁਰੂ ਹੋ ਗਈ ਆ ਅਤੇ ਕਾਫੀ ਸੰਭਾਵਨਾ ਆ ਇਸ ਗੱਲ ਦੀ ਕਿ ਫੈਡਰਲ ਇਲੈਕਸ਼ਨ ਆ ਜਾਵੇ। ਇਲੈਕਸ਼ਨ ਆਉਂਦੀ ਆ, ਫਿਰ ਇਲੈਕਸ਼ਨ ਦੇ ਮੁੱਦੇ ਸਾਹਮਣੇ ਆਉਣੇ ਆ ਅਤੇ ਫਿਰ ਹੋਰ ਗੱਲਾਂ ਬਾਤਾਂ ਸਾਹਮਣੇ ਆਉਣੀਆਂ। ਅਸੀਂ ਅੱਜ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਇਹਨਾਂ ਪਾਰਟੀਜ਼ ਦੇ ਵਿੱਚ, ਕੈਂਡੀਡੇਟਸ ਦੇ ਵਿੱਚ ਕਿੰਨੀ ਹੁੰਦੀ ਹੈ। ਉਹਨਾਂ ਤੋਂ ਬਾਅਦ ਜਿਹੜੀਆਂ ਔਰਤਾਂ ਇੱਥੇ ਦੀ ਮੇਨ ਸਟਰੀਮ ਜਾਂ ਉਹਦੇ ਵਿੱਚ ਨਹੀਂ ਆ, ਜਿਹਨੂੰ ਰੰਗਦਾਰ ਔਰਤਾਂ ਕਹਿ ਲਓ, ਉਹਨਾਂ ਦੀ ਪਾਰਟੀਸਪੇਸ਼ਨ ਕਿੰਨੀ ਹੁੰਦੀ ਆ। ਕੀ ਕੈਨੇਡਾ ਦੁਨੀਆ ਦੇ ਸਭ ਤੋਂ ਵਿਕਸਿਤ ਮੁਲਕਾਂ ਦੇ ਵਿੱਚੋਂ ਇੱਕ ਮੁਲਕ, ਇਹਦੇ ਵਿੱਚ ਰਾਜਨੀਤੀ ਦੇ ਵਿੱਚ ਔਰਤਾਂ ਉਨੀਆਂ ਹੀ ਨੇ ਜਿੰਨੇ ਮਰਦ ਨੇ। ਇੱਥੇ ਵੀ ਕਿਤੇ ਫਰਕ ਆ, ਦਿਸਦਾ ਕੀ ਆ, ਇਹਦੇ ਪਿੱਛੇ ਕੀ ਆ, ਇਹ ਕੁਛ ਗੱਲਾਂ ਬਾਤਾਂ ਅੱਜ ਅਸੀਂ ਕਰਨੀਆਂ। ਅਸੀਂ ਅਕਸਰ ਇਹਨਾਂ ਵਿਸ਼ਿਆਂ ਦੇ ਉੱਤੇ ਬੜੇ ਲੰਬੇ ਸਮੇਂ ਤੋਂ, ਜਦੋਂ ਦਾ ਚੈਨਲ ਪੰਜਾਬੀ ਸ਼ੁਰੂ ਹੋਇਆ, ਮੀਰਾ ਗਿੱਲ ਜੀ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਅੱਜ ਉਹਨਾਂ ਦੇ ਨਾਲ ਅਸੀਂ ਫਿਰ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਮੀਰਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿਹਰਬਾਨੀ, ਸਾਰੇ ਦੇਖਣ ਵਾਲਿਆਂ ਨੂੰ ਵੀ ਮੇਰਾ ਸਤਿਕਾਰ। ਮੀਰਾ ਜੀ, ਸਭ ਤੋਂ ਪਹਿਲਾ ਸਵਾਲ, ਤੁਹਾਨੂੰ ਕਾਫੀ ਦੇਰ ਹੋ ਗਈ ਇੱਥੇ, ਤੁਸੀਂ ਕਾਫੀ ਮਤਲਬ ਲੋਕ ਕਮਿਊਨਿਟੀ ਦੇ ਵਿੱਚ ਜਾਣਦੇ ਵੀ ਆ, ਤੁਸੀਂ ਲੰਬੇ ਸਮੇਂ ਤੋਂ ਸੋਸ਼ਲ ਵਰਕ ਵੀ ਕਰਦੇ ਹੋ। ਮੈਨੂੰ ਲੱਗਦਾ 6-7 ਸਾਲ ਚੈਨਲ ਪੰਜਾਬੀ ਨੂੰ ਹੋ ਗਏ। ਉਹਦੇ ਤੋਂ ਪਹਿਲਾਂ ਦੇ ਅਸੀਂ ਜਦੋਂ ਦੇ ਦੇਖਦੇ ਹਾਂ ਤੁਹਾਡੇ ਨਾਲ ਵੱਖ-ਵੱਖ ਸਮਾਗਮਾਂ ਦੇ ਉੱਤੇ, ਚਾਹੇ ਜਾਂਦੇ ਹਾਂ, ਗੱਲਬਾਤ ਕਰਦੇ ਹਾਂ। ਰਾਜਨੀਤੀ 'ਚ ਕਿਉਂ ਨਹੀਂ ਆਉਂਦੇ ਤੁਸੀਂ? ਰਾਜਨੀਤੀ ਦੇ ਵਿੱਚ ਔਰਤ ਦੇ ਲਈ ਰਾਜਨੀਤੀ ਤੱਕ ਪਹੁੰਚਣ ਦਾ ਬਹੁਤ ਲੰਮਾ ਸਫ਼ਰ ਹੈ। ਜਿਹੜੀ ਪਾਰਲੀਮੈਂਟ ਹੈ ਉਹਨਾਂ ਵਿੱਚ ਕਮੇਟੀ ਬੈਠੀ ਸੀ, ਉਹਨਾਂ ਨੇ 7-8 ਕਾਰਨ ਕੱਢੇ ਹੈ ਜੀ ਹੁਣ, ਅਤੇ ਮੈਂ ਤੁਹਾਨੂੰ ਉਹਦੇ 'ਚ ਇੱਕ ਵਾਰੀ ਆਪਣੇ ਆਡੀਅנס ਲਈ ਵੀ ਦੱਸਦੇ ਹਾਂ ਕਿ ਉਹ ਕੀ ਕਹਿੰਦੇ ਕੀ ਨੇ, ਫਿਰ ਮੈਂ ਉਸਦਾ ਜਵਾਬ ਦਿੰਦੀ ਹਾਂ ਕਿ ਮੇਰੇ ਲਈ ਕੀ ਹੈ। ਲੈਕ ਆਫ ਕੌਨਫੀਡੈਂਸ ਐਂਡ ਐਬਿਲਿਟੀਜ਼। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੌਨਫੀਡੈਂਸ ਦੀ ਕੋਈ ਰੌਲਾ ਹੈ। ਕਾਰਨ ਨੇ ਜੀ ਇਹ? ਹਾਂਜੀ, ਇਹ ਕਹਿੰਦੇ ਵੀ ਉਹਨਾਂ ਨੇ ਪਾਰਲੀਮੈਂਟ ਦੀ ਕਮੇਟੀ ਬੈਠਦੀ ਹੈ ਅਤੇ ਉਹ ਕਹਿੰਦੇ ਵੀ ਔਰਤਾਂ ਪੋਲੀਟਿਕਸ ਵਿੱਚ ਕਿਉਂ ਨਹੀਂ ਆਉਂਦੀਆਂ। ਇਹ ਉਹਨਾਂ ਨੇ ਲੰਮਾ ਚੌੜਾ ਉਹਨਾਂ ਨੇ ਬੈਠ ਕੇ ਕਈ ਲੋਕਾਂ ਦੇ ਨਾਲ ਕੰਸਲਟੇਸ਼ਨ ਕਰਕੇ ਇਹ ਆਪਣਾ ਲੀਗਲ ਡਾਕੂਮੈਂਟ, ਜਿੱਦਾਂ ਆਪਣਾ ਤੁਸੀਂ ਕਹੋ ਵੀ ਅਫੀਸ਼ੀਅਲ ਡਾਕੂਮੈਂਟ ਹੈ ਨਾ। ਦੂਸਰਾ ਦੱਸਦੇ ਆ ਕਿ ਜੈਂਡਰ ਸਟੀਰੀਓਟਾਈਪ ਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ। ਉਹਦੀ ਐਕਸਪਲੇਨੇਸ਼ਨ ਵਾਲੀ ਨਹੀਂ, ਸਟੀਰੀਓਟਾਈਪਿੰਗ ਹੈ। ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਸਟੀਰੀਓਟਾਈਪਿੰਗ ਇਹ ਹੈ ਕਿ ਜੇ ਮੇਰੇ ਵਰਗੇ ਨੇ ਕੋਈ ਗੱਲ ਕਰ ਦਿੱਤੀ, ਜੇ ਔਰਤ ਨੇ ਕੋਈ ਗੱਲ ਕਰ ਦਿੱਤਾ, ਅਗਲੇ ਕਹਿਣਗੇ ਜਵਾਨ ਬਹੁਤ ਚਲਾਉਂਦੀ ਹੈ। ਇਹ ਸਾਡੇ ਨਾਲ ਇਕੱਠੇ ਨਾਲ ਬੈਠ ਕੇ ਨੇ ਸਿਰ ਜੋੜ ਕੇ ਕੰਮ ਨਹੀਂ ਕਰਨਾ। ਜੇ ਕੋਈ ਬੰਦਾ ਗੱਲ ਕਰਦਾ ਬੋਲਡ, ਤਾਂ ਉਹ ਕਹਿਣਗੇ ਕਿਆ ਬਾਤ ਹੈ, ਇਹ ਲੀਡਰ ਹੈ। ਜੇ ਔਰਤ ਉਸੇ ਗੱਲ ਨੂੰ ਸਟਰੋਂਗ ਮਾਈਂਡ ਹੋ ਕੇ ਕਰੂਗੀ ਤਾਂ ਉਹਦੀ ਸਟੀਰੀਓਟਾਈਪਿੰਗ ਇਹ ਹੈ ਕਿ ਇਹ ਟੀਮ ਵਰਕ 'ਚ ਨਹੀਂ ਬੈਠ ਸਕਦੀ, ਅਤੇ ਉਸ ਤੋਂ ਘਬਰਾ ਜਾਂਦੇ ਲੋਕ, ਕਿਉਂਕਿ ਔਰਤ ਦੇ ਨਾਲ ਡਾਇਲੋਗ ਨਹੀਂ ਹੋ ਰਿਹਾ, ਸਦੀਆਂ ਤੋਂ ਨਹੀਂ ਹੋ ਰਿਹਾ। ਔਰਤ ਦੇ ਨਾਲ ਸਿਰਫ ਕਹਿੰਦੇ ਹੁੰਦੇ ਆ ਕਿ ਇੱਕ ਤਰਫਾ ਗੱਲਬਾਤ ਹੁੰਦੀ ਆ, ਉਸ ਨੂੰ ਸੁਣਨ ਦਾ, ਸਮਝਣ ਦਾ ਮਾਦਾ ਹੈ ਨਹੀਂ। ਸੋ ਜਦੋਂ ਕੋਈ ਔਰਤ ਦੁਬਾਰੇ ਗੱਲ ਕਰਦੀ ਆ ਮੁੜ ਕੇ, ਤਾਂ ਇਹ ਭੰਬਲ ਭੂਸੀਆਂ 'ਚ ਪੈ ਜਾਂਦੇ ਆ ਵੀ ਹੁਣ ਇਹ ਅੱਛਾ ਇਹ ਬੋਲੂਗੀ ਤਾਂ ਇਹਨੇ ਮਤਲਬ ਹੈ ਵੀ ਸਾਡੇ ਨਾਲ ਖੜਨਾ ਨਹੀਂ ਆ, ਸਾਡਾ ਜਿਹੜਾ ਪ੍ਰੋਗਰਾਮ ਅਸੀਂ ਚਲਾਇਆ ਹੋਇਆ ਇਹ ਚੱਲਣ ਨਹੀਂ ਦੇਣਾ। ਸੋ ਉਸ ਚੀਜ਼ ਨੂੰ ਸਟੀਰੀਓਟਾਈਪਿੰਗ ਹੈ। ਜਾਂ ਇਹ ਕਹਿ ਦੇਣਗੇ ਕਿ ਇਹਦੇ ਤੋਂ ਇਹ ਇਮੋਸ਼ਨਲ ਜ਼ਿਆਦਾ ਹੋਣੀ ਹੈ, ਇਹਨੇ ਪ੍ਰੈਕਟੀਕਲ ਗੱਲ ਨਹੀਂ ਕਰਨੀ। ਹੋਰ ਇਸ ਤਰ੍ਹਾਂ ਦੇ ਬਹੁਤ ਸਟੀਰੀਓਟਾਈਪਿੰਗ ਜਿਹੜੀ ਹੈ ਉਹ ਕਰ ਦਿੰਦੇ ਆ। ਠੀਕ ਹੈ, ਅੱਛਾ ਜੀ। ਹੋਰ ਜਿਹੜੀ ਉਹ ਗੱਲ ਕਰਦੇ ਆ, ਫਿਰ ਉਹ ਕਹਿੰਦੇ ਆ ਕਿ ਜੈਂਡਰ ਬਾਇਸਡ ਮੀਡੀਆ ਟਰੀਟਮੈਂਟ। ਐਗਜ਼ੈਕਟਲੀ, ਜੇ ਹੁਣ ਮੀਡੀਆ ਦੇ ਵਿੱਚ ਜਿੱਦਾਂ ਉਹ ਗੱਲ ਕਰਦੇ ਸੀ ਨਾ ਵੀ ਉਹ ਹੀਲ ਪਾ ਲਈ ਜੀ, ਉਹਦੇ ਵਾਲ ਛੋਟੇ ਆ, ਉਹਦੇ ਬਾਹਾਂ, ਉਹਨੇ ਜਿਹੜੀ ਡਰੈਸ ਪਾਤੀ, ਉਹਨੇ, ਮੀਡੀਆ ਨੇ ਇਸ ਗੱਲ ਦੀ ਗੱਲ ਕਰਨੀ ਹੈ। ਮੀਡੀਆ ਨੇ ਸਵਾਲ ਜਿਹੜਾ ਹੈ ਔਰਤ ਨੂੰ ਪੁੱਛਣਾ ਹੀ ਨਹੀਂ, ਪੋਲੀਟੀਕਲ ਸਵਾਲ ਨਹੀਂ ਪੁੱਛਣਾ ਉਹਨੂੰ, ਉਹਦੇ ਬਾਰੇ ਹੋਰ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹਨੂੰ ਪੁੱਛਣਗੇ, ਤੁਸੀਂ ਕਿਉਂ ਨਹੀਂ ਆ ਰਹੇ, ਤੁਸੀਂ ਜਿਹੜੇ ਮੈਨੂੰ ਲੱਗਦਾ ਕਿ ਇੱਕ ਚੈਨਲ ਆਪਣੇ ਵਾਲਾ ਬਹੁਤ ਸਟਰੋਂਗ ਹੈ ਜਿਹੜਾ ਪੋਲੀਟੀਕਲ ਵਿਊਜ਼ ਪੁੱਛਦਾ ਔਰਤ ਦੇ। ਅਦਰਵਾਈਜ਼ ਜਿਹੜੀਆਂ ਬਾਕੀ ਹੋਰ ਗੱਲਾਂ ਆ ਜਿਨ੍ਹਾਂ ਦੇ ਇਰਰੈਲੇਵੈਂਟ ਆ, ਜਿਹੜੀਆਂ ਕਿ ਮਰਦਾਂ ਨੂੰ ਨਹੀਂ ਪੁੱਛੀਆਂ ਜਾਂਦੀਆਂ। ਮਰਦਾਂ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਜ਼ਿਆਦਾ ਕਿਉਂ ਆ ਜਾਂਦੇ ਹੋ, ਮਰਦਾਂ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੁਹਾਨੂੰ ਸਟੀਰੀਓਟਾਈਪਿੰਗ ਕਿਉਂ ਹੈ, ਮਰਦਾਂ ਨੂੰ ਨਹੀਂ ਪੁੱਛਿਆ ਜਾਂਦਾ ਤੁਸੀਂ ਸ਼ੂਜ਼ ਇਹੋ ਜਿਹੇ ਕਿਉਂ ਪਾਏ ਆ, ਮਰਦਾਂ ਨੂੰ ਪੁੱਛਿਆ ਜਾਂਦਾ ਤੁਸੀਂ ਵਾਲ ਛੋਟੇ ਕੱਟੇ ਕਿ ਵੱਡੇ ਕੱਟੇ। ਮੀਡੀਆ ਨਹੀਂ ਕਵਰ ਕਰਦਾ ਉਸ ਚੀਜ਼ ਨੂੰ, ਪਰ ਔਰਤ ਨੂੰ ਕਵਰ ਕਰਦਾ। ਸੋ ਮੀਡੀਆ ਦਾ ਵੀ ਜਿਹੜਾ ਹੈ ਹੋਰ ਵੀ ਬਹੁਤ ਵੱਡੇ ਐਸਪੈਕਟ ਹੈ। ਮੈਂ ਬਿਲਕੁਲ ਸਰਫੇਸ ਤੋਂ ਗੱਲ ਕਰਦੀ ਹਾਂ ਤਾਂ ਕਿ ਜਿਹੜੀਆਂ ਛੋਟੀਆਂ ਗੱਲਾਂ ਆ ਜਿਹੜੀਆਂ ਉਹਨੂੰ ਆਪਾਂ ਟਿਕ ਕਰ ਸਕੀਏ। ਉਸ ਤੋਂ ਬਾਅਦ ਕਹਿੰਦੇ ਜੈਂਡਰ ਬੇਸਡ ਵਾਇਲੈਂਸ ਐਂਡ ਹਰਾਸਮੈਂਟ। ਆਪਾਂ ਹੁਣ ਤੁਸੀਂ ਦੇਖਿਆ ਸੀ ਜਿਹੜੀ ਉਹ ਇੰਡੀਜਨਸ MP ਹੈ ਇੰਡੀਅਨ ਵੈਟ ਤੋਂ,
ਉਹ ਦੱਸ ਰਹੀ ਹੈ ਪਾਰਲੀਮੈਂਟ ਦੇ ਵਿੱਚ ਖੜੀ ਹੋ ਕੇ ਕਨਕਲੂਜਨ ਕਰਕੇ, ਕਹਿੰਦੀ ਇੱਥੋਂ ਦੇ ਜਿਹੜੇ ਸਿਕਿਉਰਿਟੀ ਵਾਲੇ ਆ, ਕਹਿੰਦੇ ਮੈਨੂੰ ਉਹਨਾਂ ਤੋਂ ਵੀ ਡਰ ਲੱਗਦਾ, ਮੈਨੂੰ ਪਾਸ ਤਿਆਰ ਰੱਖਣਾ ਪੈਂਦਾ ਵੀ ਜੇ ਕਹਿਣਗੇ ਵੀ ਨਹੀਂ ਮੈਂ MP ਆ, ਮੈਂ ਇੱਥੇ ਕੋਈ ਚੋਰ ਚੱਕੀ ਨਹੀਂ ਜਾਂ ਮੈਂ ਕੁਛ ਇਸ ਤਰ੍ਹਾਂ ਦੀ ਨਹੀਂ। ਤੁਸੀਂ ਇਸ ਤਰ੍ਹਾਂ ਦੀ ਜਿਹੜੀ ਜੈਂਡਰ ਬੇਸਡ ਵਾਇਲੈਂਸ ਹੈ ਉਹ ਔਰਤ ਕਰਕੇ ਵੀ ਹੈ, ਉਸ ਤੋਂ ਬਾਅਦ ਇਹ ਵੀ ਹੈ ਕਿ ਘਰ ਦੇ ਵਿੱਚ ਵੀ ਹੈ, ਉਸ ਤੋਂ ਬਾਅਦ ਸਮਾਜ ਦੇ ਵਿੱਚ ਵੀ ਹੈ, ਜੈਂਡਰ ਬੇਸਡ ਹੈ। ਜਿੱਦਾਂ ਮੈਂ ਕੱਲ ਕਹਾਂ ਕਿ ਜੇ ਕੋਈ ਔਰਤ, ਮੈਂ ਰੀਸੈਂਟਲੀ ਮੈਂ ਬਹੁਤ ਡਿਸਅਪੁਆਇੰਟ ਹੋਈ, ਮੈਂ ਉਸ ਨਿਊਜ਼ ਨੂੰ ਅੱਗੇ ਨਹੀਂ ਭੇਜਿਆ, ਮੈਨੂੰ ਕਿਸੇ ਨੇ ਭੇਜਿਆ ਕਿ ਇੱਕ ਔਰਤ ਜਿਹੜੀ ਹੈ ਇੱਥੋਂ ਆਪਣੇ ਕਲੋਵਰਡੇਲ ਤੋਂ ਰਨ ਕਰਨ ਦੀ ਕੋਸ਼ਿਸ਼ ਕੋਈ ਕਰ ਰਹੀ ਸੀਗੀ ਤੇ ਗੋਰੀ ਸੀ, ਤੇ ਉਹਦੇ ਬਾਰੇ ਕਿਸੇ ਨੇ ਪੋਸਟ ਬਣਾ ਕੇ ਭੇਜੀ ਹੈ ਕਿ ਉਹ ਬਦ ਅਖਲਾਕੀ ਹੈ, ਔਰਤ ਹੈ, ਤੇ ਇਸ ਤਰ੍ਹਾਂ ਕਰਕੇ ਗੋਰੀ ਦੇ ਬਾਰੇ ਲਿਖਿਆ ਜਾ ਰਿਹਾ ਹੈ ਨਾ। ਤੇ ਮੈਂ ਉਸ ਨੂੰ ਉੱਥੇ ਹੀ ਠੱਪ ਕਰ ਦਿੱਤੀ। ਮੈਨੂੰ ਨਹੀਂ ਪਤਾ ਵੀ ਉਹ ਪੋਸਟ ਕਿਸੇ ਨੂੰ ਕਿੰਨੀ ਗਈ ਹੋਣੀ, ਪਰ ਮੈਨੂੰ ਨਹੀਂ ਪਤਾ ਵੀ ਮੈਂ ਕਦੇ ਬੰਦਿਆਂ ਬਾਰੇ ਇਹ ਲਿਖਿਆ ਹੋਵੇ ਵੀ ਇਹਦਾ ਸਿੰਗਲ ਆ ਤੇ ਇਹਦੇ ਕਿਸੇ ਨਾਲ ਅਫੇਅਰ ਹੈ, ਮੈਂ ਅੱਜ ਤਾਈਂ ਨਹੀਂ ਸੁਣਿਆ। ਸੋ ਇਹ ਚੀਜ਼ ਕੀ ਹੈ ਨਾ, ਆਪਾਂ ਆਪ ਵੀ ਉਸ ਚੀਜ਼ ਨੂੰ ਇਸ ਚੀਜ਼ ਨੂੰ ਸਮਝਣਾ ਪੈਣਾ ਕਿ ਇਹ ਗਲਤ ਹੈ। ਐਬਸੈਂਸ ਆਫ ਫੈਮਿਲੀ ਐਂਡ ਫਰੈਂਡਲੀ ਜੈਂਡਰਸ, ਸੈਂਸਿਟਿਵ ਵਰਕ ਪਲੇਸਿਸ, ਘਰਾਂ ਮਤਲਬ ਜਿੱਥੇ ਤੁਸੀਂ ਵਰਕ ਪਲੇਸ ਹੈ, ਜਿੱਥੇ ਲੀਡਰਸ਼ਿਪ ਸਿੱਖਣੀ ਹੈ, ਉੱਥੇ ਵੀ ਜਿਹੜੀ ਹੈ ਔਰਤ ਨੂੰ ਸੈਕੰਡ ਡਿਗਰੀ ਮਿਲੀ ਜਾਂਦੀ ਹੈ, ਕਿਉਂਕਿ ਪਹਿਲਾਂ ਮਰਦ ਜਿਹੜੇ ਆ ਉਹ ਬਹੁਤ ਬਹਾਦਰੀ ਦਿਖਾਉਂਦੇ ਕਿ ਅਸੀਂ ਲੀਡ ਕਰਦੇ ਹਾਂ ਨਾ, ਉਹਨਾਂ ਨੂੰ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਉਹਨਾਂ ਨੂੰ ਹੈ। ਡਿਫਿਕਲਟੀ ਇਨ ਫਾਈਨੈਂਸਿੰਗ ਕੈਂਪੇਨਸ, ਉਹ ਵੀ ਜ਼ਰੂਰਤ ਹੈ, ਕਿਉਂਕਿ ਔਰਤਾਂ ਨੂੰ ਪੈਸੇ ਇਕੱਠੇ ਕਰਨੇ ਆ ਤਾਂ ਉਸ ਨੂੰ ਕਾਫੀਸ ਤੇ ਬੈਠਣਾ ਪੈਣਾ, ਉਹਨਾਂ ਨੂੰ ਬੰਦਿਆਂ ਨਾਲ ਗੱਲ ਕਰਨੀ ਪੈਣੀ ਹੈ ਕਿ ਦਿਸ ਇਜ਼ ਵਾਟ ਆਮ ਟਰਾਈਂਗ ਟੂ ਡੂ। ਪਹਿਲੀ ਗੱਲ ਤਾਂ ਉਹਨਾਂ ਨੇ, ਜੇ ਤੁਸੀਂ ਕਿਸੇ ਨਾਲ ਕਾਫੀ ਤੇ ਬੈਠੇ ਹੋ ਉਦੋਂ ਹੀ ਰੌਲਾ ਪੈ ਜਾਣਾ ਵੀ ਪਤਾ ਨਹੀਂ ਕੀ ਗੱਲ ਆ। ਉਸ ਤੋਂ ਬਾਅਦ ਬੰਦਿਆਂ ਦਾ ਵੀ ਬੰਦਿਆਂ ਦੇ ਨਾਲ ਇੱਕ ਸਿਸਟਮ ਸੈੱਟ ਹੈ ਕਿ ਜੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਦੇयर इज अ ਸਰਟਨ ਸੋਰਟ ਆਫ ਪ੍ਰਿਵਿਲੇਜ, ਜੇ ਆਪਾਂ ਹਜੇ ਬੈਨੀਫਿਟਸ ਨਹੀਂ ਕਹਿੰਦੇ ਇੰਡੀਆ ਵਾਂਗੂ ਜੇ ਪੈਸੇ ਦਿੱਤੇ ਤੇ ਆ ਹੋ ਗਿਆ, ਪਰ ਸਰਟਨ ਟਾਈਪ ਦਾ ਪ੍ਰਿਵਿਲੇਜ ਜਿਹੜਾ ਹੈ ਉਹ ਆਫਰ ਹੋ ਜਾਂਦਾ, ਭਾਵੇਂ ਤੁਸੀਂ ਬਿਜ਼ਨਸ ਦੀ ਲੌਬਿੰਗ ਕਰਦੇ ਹੈ ਨਾ। ਜਿਹੜਾ ਮੈਨੂੰ ਸਭ ਤੋਂ ਲੱਗਦਾ, ਜਿਹੜਾ ਇੱਕ ਮੈਨੂੰ ਇਹ ਹੈਰਾਨੀ ਹੋਈ ਕਿ ਇੰਨੇ ਸਾਰੇ ਦੇ ਵਿੱਚੋਂ ਇੱਕੋ ਹੀ ਸੀ ਜਿਹੜਾ ਰੈਲੇਵੈਂਟ ਮੈਨੂੰ ਲੱਗਿਆ, ਉਹ ਲੱਗਿਆ ਕਿ ਇਨਸਫੀਸ਼ੀਐਂਟ ਐਫਰਟਸ ਟੂ ਰਿਕਰੂਟ ਫੀਮੇਲ ਕੈਂਡੀਡੇਟਸ। ਸਭ ਤੋਂ ਵੱਡਾ ਮੈਂ ਹੈਰਾਨ ਸੀ ਕਿ ਇਹ ਉੱਥੇ ਆਪਣੀ ਪਾਰਲੀਮੈਂਟ ਦੀ ਗੱਲ ਹੋਈ, ਇਹਨਾਂ ਸਾਰਿਆਂ ਦੇ ਵਿੱਚੋਂ ਜੇ ਮੈਨੂੰ ਇੱਕ ਚੀਜ਼ ਜਿਹੜੀ ਲੱਗੀ ਕਿ ਜਿਹਨੂੰ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਤੇ ਜ਼ਿਆਦਾ ਔਰਤਾਂ ਨੂੰ ਬੋਦਰ ਕਰਦੀ ਹੈ, ਉਹ ਇਹ ਹੈ ਕਿ ਰਿਕਰੂਟਮੈਂਟ ਨਹੀਂ ਕੀਤੀ ਜਾਂਦੀ ਫੀਮੇਲ ਕੈਂਡੀਡੇਟਸ ਦੀ। ਜਦੋਂ ਹੁਣ ਪੋਲੀਟੀਕਲ ਕੈਂਪੇਨ ਹੋਣੀ ਆ, ਜਦੋਂ ਉਹਨਾਂ ਨੇ ਕੈਂਡੀਡੇਟ ਹਾਇਰ ਕਰਨੇ ਆ ਤਾਂ ਕੈਂਡੀਡੇਟ ਉਹਨਾਂ ਨੇ ਸਿਲੈਕਟ ਕਰਨੇ ਕਿ ਕਿੰਨੀਆਂ ਔਰਤਾਂ ਰਨ ਕਰਨਗੀਆਂ ਉਸ ਪੋਜੀਸ਼ਨ ਦੇ ਲਈ। ਉੱਥੇ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਲੱਗਦਾ ਜਿਹੜੀ ਜੜ ਆ, ਜਿੱਥੋਂ ਸਟਾਰਟਿੰਗ ਪੁਆਇੰਟ ਆ, ਉੱਥੇ ਮਾਰ ਖਾਂਦੇ ਆ ਆਪਾਂ। ਸਮਾਜ ਤੇ ਸਾਰੀਆਂ ਪੋਲੀਟੀਕਲ ਪਾਰਟੀ, ਮੈਂ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਗੱਲ ਕਰਦੀ ਨਹੀਂ, ਪਿਛਲੇ ਵਾਰੀ ਮੈਨੂੰ ਲੱਗਦਾ ਕਿ NDP ਇਕੱਲੀ ਪਾਰਟੀ ਸੀ ਫੈਡਰਲ ਜਿਹੜੀ ਕਲੋਜ਼ ਟੂ 50% ਜਿਹੜੇ ਉਹਨਾਂ ਦੇ ਜਦੋਂ ਰਨ ਕਰਨ ਲੱਗੇ ਤਾਂ ਉਹ ਸੀ, ਪਰ ਬਾਕੀ ਹੋਰ ਸਾਰੀ ਪਾਰਟੀਆਂ ਦੇ ਘੱਟ ਸੀ ਕੈਂਡੀਡੇਟਸ। ਸੋ ਉਸ ਚੀਜ਼ ਨੂੰ ਜਦੋਂ ਲੈ ਕੇ ਆਪਾਂ ਗੱਲ ਕਰਦੇ ਹਾਂ ਤਾਂ ਜੇ ਆਪਾਂ ਕਹੀਏ ਪੋਲੀਟਿਕਸ ਦੇ ਵਿੱਚ ਔਰਤਾਂ ਨਹੀਂ ਆ ਰਹੀਆਂ, ਇਸ ਕਰਕੇ ਇਹ ਨਹੀਂ ਹੈ ਕਿ ਕੈਪੇਬਲ ਔਰਤਾਂ ਨਹੀਂ, ਇਹ ਨਹੀਂ ਕਿ ਉਹ ਫਾਈਨੈਂਸ ਇਕੱਠੇ ਨਹੀਂ ਕਰ ਸਕਦੀਆਂ, ਇਹ ਨਹੀਂ ਕਿ ਉਹ ਪਾਲਿਸੀ ਸਮਝ ਨਹੀਂ ਸਕਦੀਆਂ, ਉਹ ਇਹ ਹੈ ਕਿ ਉਹਨਾਂ ਨੂੰ ਰਾਈਟ ਔਰਤਾਂ ਨੂੰ ਟੈਪ ਕਰਿਆ ਨਹੀਂ ਜਾਂਦਾ। ਜਿਹੜੀਆਂ ਔਰਤਾਂ ਟੇਬਲ ਤੇ ਬੈਠ ਕੇ ਬਰਾਬਰ ਮਰਦ ਦੇ ਗੱਲ ਕਰ ਸਕਣਗੀਆਂ, ਉਹਨਾਂ ਨੂੰ ਸਵਾਲ ਜਵਾਬ ਕਰ ਸਕਣਗੀਆਂ, ਉਸ ਔਰਤ ਦਾ ਟੇਬਲ ਤੇ ਲਿਆਉਣਾ ਜਿਹੜਾ ਹੈ ਇਨ ਜਨਰਲ, ਮੈਂ ਹਰ ਕਿਸੇ ਇੱਕ ਸਪੈਸੀਫਿਕ ਪਾਰਟੀ ਦੀ ਗੱਲ ਨਹੀਂ ਕਰ ਰਹੀ, ਇਨ ਜਨਰਲ ਆਪਣੇ ਪੂਰੇ ਸਮਾਜ ਨੂੰ ਤੇ ਉਸੇ ਸਮਾਜ ਦਾ ਜਿਹੜਾ ਪੁਣਿਆ ਹੋਇਆ ਆਪਾਂ ਇਲੈਕਟਿਡ ਅਫੀਸ਼ੀਅਲਸ ਭੇਜਦੇ ਹਾਂ ਉੱਥੇ ਹੈ। ਜੇ ਤੁਸੀਂ ਮੈਨੂੰ ਸਵਾਲ ਪੁੱਛਦੇ ਸੀ ਕਿ ਮੈਂ ਜਿਹੜੀ ਪਾਰਟੀ ਮੈਨੂੰ ਰੈਕਗਨਾਈਜ਼ ਕਰੂਗੀ ਤੇ ਇਸ ਜਿਹੜੀ ਮੇਰੀ ਜ਼ਬਾਨ ਨੂੰ ਸਾਇਲੈਂਟ ਕਰਨ ਦੀ ਕੋਸ਼ਿਸ਼ ਨਹੀਂ ਕਰੂਗੀ ਔਨ ਦਾ ਮੁੱਦਾ ਕਿ ਅਸੀਂ ਔਰਤਾਂ ਨੂੰ ਰੈਪਰੈਜ਼ੈਂਟੇਸ਼ਨ ਦੇਣੀ ਹੈ, ਕੱਲੀ ਪੋਲੀਟੀਕਲ ਗੇਨਸ ਤੇ ਨਹੀਂ ਕਰਨੀ, ਕੱਲੀ ਪੋਲੀਟੀਕਲ ਪੋਜੀਸ਼ਨਸ ਤੇ ਨਹੀਂ ਕਰਨੀ, ਪਰ ਆਪਾਂ ਇਹ ਫੋਕਸ ਕਰਨਾ ਕਿ ਜਿਹੜਾ ਪਬਲਿਕ ਸਰਵਿਸ ਹੈ, ਜਿਹੜੀ ਸਾਰੀ ਪਬਲਿਕ ਸਰਵਿਸ ਹੈ, ਜਿੱਥੇ ਸਾਰੀਆਂ ਗਵਰਨਮੈਂਟ ਅਫੀਸ਼ੀਅਲਸ ਨੇ, ਉਹਨਾਂ ਦੇ ਵਿੱਚ ਵੀ 50% ਔਰਤਾਂ ਜਿਹੜੀਆਂ ਲੀਡਰਸ਼ਿਪ ਪੋਜੀਸ਼ਨ ਤੇ ਚਾਹੀਦੀਆਂ। ਐਂਡ ਦੈਟ ਇਜ਼ ਮਾਈ ਮੁੱਦਾ। ਜੇ ਉਸ ਮੁੱਦੇ ਤੇ ਆ ਕੇ ਕੋਈ ਆਪਾਂ ਨੂੰ ਪੋਲੀਟੀਕਲ ਪਾਰਟੀ ਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਲਈ ਇੰਪੋਰਟੈਂਟ ਆ ਕਿ ਕੋਈ ਔਰਤ ਹੋਵੇ ਜਿਸ ਦੀ ਜ਼ੁਬਾਨ ਹੋਵੇ, ਜਿਹਦਾ ਰੰਗ ਵੀ ਚਿੱਟਾ ਨਾ ਵੀ ਹੋਵੇ ਤਾਂ ਵੀ ਚੱਲ ਜਾਵੇ, ਜੇ ਆਈ ਵਿਲ ਡੈਫੀਨਿਟਲੀ ਰਨ। ਪਾਰਟੀ ਕਿੰਨਾ ਕੁ ਮੁੱਦਾ ਰਹਿ ਜਾਂਦੀ ਹੈ ਇਹਦੇ ਵਿੱਚ? ABC ਕੋਈ ਪਾਰਟੀ ਵੀ ਤੁਹਾਡੇ ਤੱਕ ਜੇ ਅਪਰੋਚ ਕਰਦੀ ਹੈ, ਉਹਦੀ ਆਈਡੀਓਲੋਜੀ ਉਹਦਾ ਕੁਛ ਕੀ ਦੂਜੇ ਨੰਬਰ ਤੇ ਆ ਤੇ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਹੀ ਚਾਹੀਦੀ ਆ, ਅਸੀਂ ਇਸ ਸਟੇਜ ਤੇ ਆ ਜੀ। ਮੈਂ ਜਦੋਂ ਦੀ ਪੋਲੀਟਿਕਸ ਸਮਝਣ ਲੱਗੀ ਆ ਨਾ, ਮੈਂ ਵੈਰਾਈਟੀ ਆਫ ਚੀਜ਼ਾਂ ਨੂੰ ਦੇਖ ਕੇ ਆਈ ਹਾਂ, ਪਰ ਮੈਨੂੰ ਇਹ ਲੱਗਦਾ ਕਿ ਉਹੀ ਪਾਰਟੀ ਵਧੀਆ ਕੈਂਡੀਡੇਟ ਚੁਣੂਗੀ, ਵਧੀਆ ਕੈਂਡੀਡੇਟ ਜਿਹੜਾ ਕੇਪੇਬਲ ਹੈਗਾ, ਜਿਹੜੀ ਪਾਰਟੀ ਜਿਹੜੀ ਹੈ ਉਹ ਐਕਚੁਅਲੀ ਉਸ ਤੋਂ ਉਹਦੇ ਵਿਊ ਪੁਆਇੰਟ ਸੁਣਨ ਨੂੰ ਤਿਆਰ ਹੈ।
ਜਲਦੀ ਕਿਤੇ ਕੋਈ ਆਮ ਪਾਰਟੀ ਜਿਹਨੂੰ ਚਾਹੀਦੇ ਆ ਵੀ ਯੈਸ ਮੈਮ ਯੈਸ ਸਰ ਵਾਲਾ ਜਿਹੜੀ ਕੋਈ ਔਰਤ ਜਾਂ ਮਰਦ ਚਾਹੀਦਾ, ਉਹ ਚੰਗੇ ਕੈਂਡੀਡੇਟ ਨਹੀਂ ਲੱਭਣਗੇ, ਉਹ ਓਬੀਡੀਐਂਟ ਕੈਂਡੀਡੇਟ ਲੱਭਣਗੇ। ਸੋ ਇਸ ਸਵਾਲ ਦੇ ਲਈ ਮੈਂ ਤੁਹਾਨੂੰ ਜਵਾਬ ਇਹ ਦਿੰਦੀ ਹਾਂ ਕਿ ਜਿਹੜਾ ਕੈਂਡੀਡੇਟ ਸਟਰੋਂਗ ਹੈ ਉਹ ਕਿਸੇ ਵੀ ਪਾਰਟੀ 'ਚ ਜਾਊਗਾ, ਕਿਉਂਕਿ ਅਲਟੀਮੇਟਲੀ ਇਹ ਸਾਰੀਆਂ ਟੀਮਾਂ ਜਿਹੜੀਆਂ ਸਾਰੀਆਂ ਸੌਕਰ ਦੀਆਂ ਜੇ ਆਪਾਂ ਟੀਮਾਂ ਖੇਡ ਲਈਏ, ਸਾਰੀਆਂ ਕੈਨੇਡਾ ਨੂੰ ਅੱਗੇ ਲਿਜਾਣ ਨੂੰ ਹੈ। ਠੀਕ ਹੈ, ਕੰਜ਼ਰਵੇਟਿਵ ਪਾਰਟੀ ਹੋਈ ਤੇ ਭਾਵੇਂ ਲਿਬਰਲ ਪਾਰਟੀ ਹੋਈ, ਬੋਥ ਜਿਹੜੀਆਂ ਡਿਸਾਈਡਿੰਗ ਰਹਿ ਚੁੱਕੀਆਂ। ਇਹਦਾ ਮਤਲਬ ਜੇ ਦਿਨਾਂ ਨੂੰ ਵੀ ਮੈਜੋਰਿਟੀ ਵੋਟ ਮਿਲਦੀ ਰਹੀ ਹੈ ਤਾਂ ਮਤਲਬ ਇਹ ਕੈਨੇਡੀਅਨਸ ਦੀ ਪ੍ਰੈਫਰਡ ਪਾਰਟੀਜ਼ ਰਹੀਆਂ। NDP ਨੇ ਬਹੁਤ ਵਧੀਆ ਕੰਮ ਕੀਤਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤਿੰਨੀਆਂ ਪਾਰਟੀਆਂ ਦੇ ਵਿੱਚੋਂ ਗ੍ਰੀਨ ਪਾਰਟੀ ਦਾ ਵੀ ਹੈ, ਪਰ ਉਹਦਾ ਜਸਟ ਬਿਕਾਜ਼ ਉਹਨਾਂ ਦੀ ਰੈਪਰੈਜ਼ੈਂਟੇਸ਼ਨ ਘੱਟ ਹੁੰਦੀ ਹੈ, ਬਟ ਦੇ ਹੈਵ ਅ ਸੋਲਿਡ ਪੁਆਇੰਟ ਟੂ ਮੇਕ। ਸੋ ਤਿੰਨਾਂ ਪਾਰਟੀਆਂ ਦਾ ਇਨ ਜਨਰਲ ਜੇ ਮੈਂ ਗੱਲ ਕਰਾਂ, ਜੇ ਕੋਈ ਵੀ ਪਾਰਟੀ ਜਿਹੜੀ ਔਰਤ ਨੂੰ ਅੱਗੇ ਰੱਖੂਗੀ, ਉਹ ਔਰਤ ਦੇ ਨਾਲ ਲੱਗਦੇ ਹਰ ਮੁੱਦੇ ਨੂੰ ਅੱਗੇ ਰੱਖੂਗੀ। ਉਹਦੇ ਵਿੱਚ ਔਰਤ ਦੀ ਹੈਲਥ ਦੀ ਵੀ ਹੋਣੀ ਹੈ, ਉਹਦੇ ਨਾਲ ਸਮਾਜ ਦੀ ਵੀ ਬਿਹਤਰੀ ਹੈ। ਸੋ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਵੀ ਪਾਰਟੀ ਅੱਜ ਤਿੰਨਾਂ ਪਾਰਟੀਆਂ ਦੇ ਵਿੱਚੋਂ ਮੇਰੇ ਲਈ ਕਨਕਲੂਜਨ ਜੇ ਮੈਂ ਕਰਦੀ ਹਾਂ ਕਿ ਜਿਹੜੀ ਔਰਤ ਨੂੰ ਸਨਮਾਨ ਦੇ ਰਹੀ ਹੈ, ਥਾਂ ਦੇ ਰਹੀ ਹੈ ਟੇਬਲ ਤੇ ਬੈਠਣ ਨੂੰ, ਉਹ ਪਾਰਟੀ ਜ਼ਾਹਿਰਾ ਤੌਰ ਤੇ ਕੈਨੇਡਾ ਦੇ ਲਈ ਬਿਹਤਰ ਹੋਏਗੀ। ਇੱਦਾਂ ਸਮਝਿਆ ਜਾਵੇ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ 50% ਔਰਤਾਂ ਨਹੀਂ ਹੈ, ਜਿਹੜੀ ਔਰਤ ਅੱਜ ਕੈਨੇਡਾ ਦੇ ਵਿੱਚ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੀ ਆ, ਉਹਦੇ ਲਈ ਆਉਣਾ ਸੰਭਵ ਨਹੀਂ ਹੈ। ਉਹਦੀ ਇੱਛਾ ਅਨੁਸਾਰ ਕਿਸੇ ਵੀ ਪਾਰਟੀ ਦੇ ਵਿੱਚ ਹਰਡਲਸ ਨੇ, ਸਮੱਸਿਆਵਾਂ ਨੇ, ਬਹੁਤ ਵੱਡੀਆਂ। ਪਹਿਲੀ ਗੱਲ ਮੈਨੂੰ ਦੱਸੋ, ਜਿਹੜੇ ਕੋਈ MPs ਨੇ ਆਪਣੇ, ਉਹ 2-2 ਨਹੀਂ 3-3 4-4 ਟਰਮਸ ਕਰਦੇ, ਵੀ ਕੀ ਕਰਦੇ ਆ ਤੁਸੀਂ? ਮੈਨੂੰ ਇਹ ਦੱਸੋ, ਜਾਂ ਤੁਹਾਡੇ ਸੁਣਨ ਵਾਲੇ, ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ 4 ਸਾਲ ਕੰਮ ਕੀਤਾ, 8 ਸਾਲ ਕੰਮ ਕੀਤਾ, 8 ਸਾਲਾਂ ਤੋਂ ਬਾਅਦ ਤੁਹਾਡੇ ਵਿੱਚ ਕਿਹੜੇ ਹੋਰ ਨਵੇਂ ਆਈਡੀਆਜ਼, ਕਿਹੜੀ ਹੋਰ ਨਵਾਂ ਤੋਂ ਸਾਡੇ ਕੋਲੇ ਪੈਸ਼ਨ ਜਾਂ ਕ੍ਰੀਏਟੀਵਿਟੀ ਆ ਜਾਣੀ ਹੈ, ਸਮਝ ਆ ਜਾਣੀ ਹੈ, ਜਿਹੜੀ ਤੁਸੀਂ ਹਜੇ ਵੀ ਕਹੋਗੇ ਵੀ ਨਹੀਂ ਮੈਂ ਆਹ ਕਰਨਾ ਰਹਿ ਗਿਆ ਸੀ, ਮੈਂ ਆਹ ਦੱਸਣਾ ਸੀ, ਮੈਂ ਆਹ ਕਰਨਾ। 8 ਸਾਲਾਂ ਦੇ ਵਿੱਚ ਲਿਟਰਲੀ ਤੁਸੀਂ ਕੋਈ ਵੀ ਆਰਗੇਨਾਈਜੇਸ਼ਨ ਦੇ ਵਿੱਚ ਪਾਰਟ ਕਰਦੇ ਹੋ, ਤੁਸੀਂ ਦੇ ਸਕਦੇ ਹੋ, ਤੁਸੀਂ ਯੂ ਆਰ ਕੈਪੇਬਲ ਆਫ ਆਫਰਿੰਗ ਐਵਰੀਥਿੰਗ ਦੈਟ ਯੂ ਵਾਂਟ ਟੂ ਗਿਵ ਵਿਦਿਨ 8 ਇਅਰਸ। 8 ਸਾਲਾਂ ਦੇ ਬਾਅਦ ਜਿਹੜੇ ਉਹ MP ਹੈ, ਜੇ ਰਿਟਾਇਰ ਨਹੀਂ ਹੋਣਗੇ, ਤਾਂ ਜਿਹਨੂੰ ਇਨਕੰਬੈਂਸੀ ਦੀ ਗੱਲ ਕਰਦੇ ਆ, ਜੇ 70% ਤੋਂ ਵੱਧ ਜੇ ਬੰਦੇ ਨੇ ਸੀਟਾਂ ਤੇ, ਉਹੀ ਮੁੜ ਕੇ 3 4 5 ਵਾਰੀ ਜੇ ਉਹ ਰਨ ਕਰੀ ਜਾਣਗੇ। ਔਰਤਾਂ ਨੂੰ ਤੇ ਜਦੋਂ ਉਹ ਔਰਤਾਂ ਨੂੰ ਕੋਈ ਵੀ ਜਿਹੜੀ ਪਾਰਟੀ ਉਹ ਕਿੱਥਾਂ ਕਰੂਗੀ? ਦੋਜ਼ ਪੀਪਲ ਆਈ ਥਿੰਕ ਇੱਕ ਐਬਸੋਲੂਟਲੀ ਰੂਲ ਕੰਸੀਡਰ ਕਰਨਾ ਚਾਹੀਦਾ ਕੈਨੇਡੀਅਨ ਪਾਰਲੀਮੈਂਟ ਨੂੰ ਕਿ 2 ਜਾਂ ਵੱਧ ਤੋਂ ਵੱਧ 3 ਟਰਮਸ ਤੋਂ ਬਾਅਦ ਉਹ ਬੰਦੇ ਨੂੰ ਕਹੋ ਵੀ ਕਾਕਾ ਤੁਸੀਂ ਨਹੀਂ ਰਨ ਕਰਨਾ ਹੁਣ, ਕਿਉਂਕਿ ਅਸੀਂ ਔਰਤਾਂ ਦੇ ਲਈ ਥਾਂ ਬਣਾਉਣੀ ਹੈ। ਤੁਸੀਂ ਹੁਣ ਜਾਓ, ਤੁਸੀਂ ਚੈਰਿਟੀਜ਼ ਸ਼ੁਰੂ ਕਰੋ, ਜਾਂ ਜਿਹੜੀਆਂ ਤੁਰ ਰਹੀਆਂ ਚੈਰਿਟੀਜ਼ ਨੇ ਉਹਦੇ ਲਈ ਐਡਵਾਈਜ਼ਰੀ ਬੋਰਡ ਬਣੋ, ਜਾਂ ਤੁਸੀਂ ਜਿਹੜੀਆਂ ਪੁਲਿਸ ਨੇ ਉਹਨਾਂ ਦੇ ਲਈ ਐਡਵਾਈਜ਼ਰੀ ਰੋਲ ਬਣੋ। ਤੁਸੀਂ ਲੋਕਾਂ ਨੂੰ ਜਾ ਕੇ ਕਮਿਊਨੀਕੇਸ਼ਨ ਸਕਿੱਲਸ ਦੱਸੋ, ਤੁਸੀਂ ਲੋਕਾਂ ਨੂੰ ਪੋਲਿਸੀ ਬਾਰੇ ਗਾਈਡ ਕਰੋ, ਤੁਸੀਂ ਲੋਕਾਂ ਨੂੰ ਪੋਲੀਟੀਕਲ ਸਿਸਟਮ ਬਾਰੇ ਗਾਈਡ ਕਰੋ। ਤੁਸੀਂ ਹੁਣ ਜਾ ਕੇ ਸਰਵਿਸ ਕਰੋ, ਰਾਈਟ? ਤੁਸੀਂ ਪੋਲਿਟਿਕਸ ਨੂੰ ਆਪਣਾ ਕਰੀਅਰ ਨਾ ਬਣਾਓ, ਹੈ ਨਾ? ਵੀ ਜੇ ਮੈਂ ਡਾਕਟਰ ਹਾਂ ਤਾਂ ਹੁਣ ਮੈਂ ਸਾਰੀ ਉਮਰ ਡਾਕਟਰ ਰਹਿਣਾ। ਪੋਲਿਟਿਕਸ ਸ਼ੁੱਡ ਨਾਟ ਬੀ ਅ ਕਰੀਅਰ, ਪੋਲਿਟਿਕਸ ਸ਼ੁੱਡ ਬੀ ਅ ਸਰਵਿਸ। ਤੇ ਜੇ ਉਹ ਜਦੋਂ ਕਹਿੰਦੇ ਵੀ ਜਿਹਨੂੰ ਆਪਾਂ ਇਨਕੰਬੈਂਸੀ ਇਫੈਕਟ ਕਹਿ ਦਿੰਦੇ ਆ, ਵੀ ਜਿਹੜਾ ਬੰਦਾ ਹੁਣ ਜੇ ਜਿੱਤ ਰਿਹਾ ਤਾਂ ਪਾਰਟੀ ਨੇ ਉਹਨੇ ਥੋੜਾ ਕਹਿਣਾ ਭਾਈ ਤੂੰ ਹੁਣ ਹਾਰ ਜਾ ਤੇ ਹੁਣ ਆਪਾਂ ਨਵਾਂ ਕੱਢਾਂਗੇ। ਪਰ ਜੇ ਰੂਲ ਹੋਵੇ ਕਿ 2 ਜਾਂ ਵੱਧ ਤੋਂ ਵੱਧ 3 ਟਰਮਸ ਤੋਂ ਬਾਅਦ ਉਹ ਬੰਦੇ ਨੇ ਰਨ ਨਹੀਂ ਕਰ ਸਕਦਾ, ਤੇ ਉਹਦੇ ਲਈ ਰਿਪਲੇਸ ਕਰਨਾ ਤਾਂ ਵਾਕਿਆ ਹੀ ਜਿਹੜੀ ਹੈ ਕਿ ਔਰਤ ਦੇ ਲਈ ਜਿੱਤਣ ਵਾਲੀ ਸੀਟ ਮਿਲੂਗੀ। ਜੇ ਹੁਣ ਮਿਲਦੀ ਹੈ ਨਾ, ਤੇ ਜਿਹੜੀ ਹਾਰੀ ਹੋਰੀ ਸੀਟ ਹੁੰਦੀ ਆ ਉੱਥੇ ਔਰਤਾਂ ਨੂੰ ਉਹ ਦੇ ਦਿੰਦੇ, ਥੋੜਾ ਜਿਹਾ ਦੇਖਿਆ ਜੀ ਹਾਂਜੀ ਹਮਨੇ ਖੜੇ ਕਰਦੇ ਹੈ ਵੀ ਅਸੀਂ ਟਿਕ ਮਾਰ ਕਰਤਾ। ਸੋ ਆਈ ਥਿੰਕ ਦਿਸ ਸ਼ੁੱਡ ਬੀ ਰੀਲੀ ਵੈਰੀ ਮਚ ਕੰਸੀਡਰਡ। ਇਹ ਥੋੜਾ ਜਿਹਾ ਸਮਝਾਇਓ, ਜਿਹੜੀ ਵਿਨੇਬਲ ਸੀਟ ਆ ਜਾਂ ਜਿੱਤਣ ਵਾਲੀ ਨਹੀਂ ਸੀਟ, ਕੀ ਇਦਾਂ ਹੁੰਦਾ ਵੀ ਔਰਤਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਸਾਰੀਆਂ ਪਾਰਟੀਆਂ ਦੀਆਂ ਪੋਲਿਟਿਕਸ ਦੀ ਗੱਲ? ਹਾਂਜੀ ਹਾਂ, ਇਨ ਜਨਰਲ, ਕਿਉਂਕਿ ਇਹ ਹੈ ਨਾ ਵੀ ਜਦ ਖਾਲੀ ਉਹ ਸੀਟਾਂ 2 ਬੰਦੇ ਨੇ ਇੱਕ ਵਾਰੀ ਟਰਾਈ ਕਰ ਲਿਆ, ਬੰਦਾ ਉਹ ਹਾਰ ਗਿਆ, ਦੂਜੀ ਵਾਰੀ ਫਿਰ ਉਹਨੇ ਉਸ ਪੋਜੀਸ਼ਨ ਤੇ ਰਨ ਕਰ ਗਿਆ, ਉਹ ਹਾਰ ਗਿਆ। ਤਾਂ ਹੁਣ ਜ਼ੋਰ ਪੈ ਗਿਆ ਕੈਨੇਡਾ ਦੇ ਵਿੱਚ ਵੀ ਅਸੀਂ ਔਰਤਾਂ ਨੂੰ, ਅਸੀਂ ਕੈਂਡੀਡੇਟ ਵੀ ਮੀਰਾ ਵਰਗੇ, ਤੁਹਾਡੇ ਵਰਗੇ ਜਾਂ ਹੋਰ ਹਜ਼ਾਰਾਂ ਲੋਕੀ ਕਹਿਣ ਲੱਗੇ ਭਾਈ ਵੀ ਹੁਣ ਅਸੀਂ 50% ਔਰਤ ਕੈਂਡੀਡੇਟ ਤਾਂ ਲੈ ਕੇ ਆਓ। ਤਾਂ ਹੁਣ ਉਹਨਾਂ ਨੇ ਕੈਂਡੀਡੇਟ ਕਿੱਥੇ ਲੈ ਕੇ ਆਉਣੇ ਆ? ਜਿੱਥੇ ਆਲਰੇਡੀ ਜਿੱਤ ਰਹੇ ਆ 2-3 ਟਰਮਸ ਜਿੱਤ ਚੁੱਕੇ, ਉਹ ਵਾਲੀ ਪੋਜੀਸ਼ਨਸ ਤੇ ਤਾਂ ਹੁਣ ਔਰਤਾਂ ਨੂੰ ਲਿਆਉਣਾ ਰਹੇ। ਹੁਣ ਜਿਹੜੀ ਜਿੱਥੇ ਉਹ ਹਾਰਦੇ ਰਹਿ ਰਹੇ ਆ, ਭਾਵੇਂ 300 ਸੀਟਾਂ ਸੀ, ਭਾਵੇਂ 30 ਸੀਟਾਂ ਸੀ, ਤਾਂ ਉਹ ਕਹਿਣਗੇ ਉਹਦੇ ਤੇ ਔਰਤ ਜਿਹੜੀ ਹੈ ਉਹਨੂੰ ਨੋਮੀਨੇਟ ਕਰਕੇ ਅਸੀਂ ਆਪਣਾ ਇੱਕ ਵਾਰੀ ਦੱਸਦਾ ਵੀ ਅਸੀਂ ਔਰਤਾਂ ਨੂੰ 30-40-50% ਜਿਹੜੀਆਂ ਬਰਾਬਰ ਦੀਆਂ ਔਰਤਾਂ ਨੂੰ। ਪਰ ਉਹਨੇ ਜਿੱਤਣਾ ਨਹੀਂ, ਕਿਉਂਕਿ ਪਾਰਟੀ ਦੀ ਉਹਦੀ ਬਹੁਤ ਵਜ੍ਹਾ ਹੈ। ਉਹਨੂੰ ਪਹਿਲੀ ਗੱਲ ਤਾਂ ਉੱਥੇ ਵੋਟਰ ਹੈ ਨਹੀਂ ਉਸ ਪਾਰਟੀ ਦੇ, ਭਾਵੇਂ ਹਾਂਜੀ ਹਾਂ ਠੀਕ ਹੈ। ਦੂਸਰੀ ਗੱਲ ਆ ਕਿ ਉਹਨਾਂ ਨੂੰ ਜਿਹੜੀ ਇਹ ਮਿਲਦੀ ਵੀ ਪੋਜੀਸ਼ਨ ਆ ਤਾਂ ਅਖੀਰ 'ਚ ਦਿੰਦੇ, ਉਹ ਜਮਾਇਆ ਨਹੀਂ ਮਿਲਦਾ 1 ਹਫ਼ਤਾ ਜਾਂ 1 ਮਹੀਨੇ ਪਹਿਲਾਂ, ਤਾਂ ਉਹ ਪਹਿਲੀ ਗੱਲ ਤਾਂ ਔਰਤ ਨੂੰ ਸਿਸਟਮ ਦਾ ਹੀ ਨਹੀਂ ਪਤਾ, ਉੱਥੋਂ ਨੈਟਵਰਕ 'ਚ ਨਹੀਂ, ਜਿਹੜੇ ਉੱਥੇ ਲੋਕੀ ਨੇ ਉਹਨਾਂ ਨੂੰ ਹੈਲਪ ਹੀ ਨਹੀਂ ਕਰਦੇ। ਔਰਤ ਨੂੰ ਹਾਰਨ ਵਾਲੀ ਸੀਟਾਂ ਨੂੰ ਕੀ ਕਰਨਾ, ਇਹਦੀ ਕੀ ਹੈਲਪ ਕਰਨੀ ਹੈ? ਪਾਰਟੀ ਦੀ ਇਨਵੈਸਟਮੈਂਟ, ਲੋਕਾਂ ਦੀ ਇਨਵੈਸਟਮੈਂਟ ਜਿਹੜੀ ਹੈ ਹਾਰੀ ਸੀਟ ਤੇ ਬਹੁਤ ਘੱਟ ਹੁੰਦੀ ਹੈ। ਸੋ
ਸੋ ਇਸੇ ਕਰਕੇ ਜਿਹੜੀ ਹੈ ਜੇ ਇਸੇ ਹਿਸਾਬ ਦੇ ਨਾਲ ਆਪਾਂ ਚੱਲਦੇ ਰਹੇ ਜਿਸ ਤਰ੍ਹਾਂ ਕਿ ਹੁਣ ਚੱਲਦਾ ਤਾਂ ਘੱਟੋ ਘੱਟ ਹੋਰ 100 ਸਾਲ ਲੱਗ ਜਾਣਗੇ ਜਦ ਤੱਕ ਇਹ ਜਿਹੜੇ ਸਾਰੇ ਬੰਦੇ ਆ ਇਹ ਰੱਬ ਨਾ ਕਰੇ, ਪਰ ਜਦੋਂ ਵੀ ਇਹਨਾਂ ਨੇ ਪੂਰੇ ਹੋਣਾ, ਸੀਟਾਂ ਛੱਡਣੀਆਂ, ਤਾਂ ਫੇਰ ਕਿਤੇ ਔਰਤਾਂ ਕੋਲ ਲੜ ਲੋੜ ਕੇ ਉਹਨਾਂ ਨੇ ਲੈ ਲਈ ਪੋਜੀਸ਼ਨ, ਫੇਰ ਕਿਤੇ ਜਾ ਕੇ ਆਪਾਂ ਬਰਾਬਰੀ 50% ਲੱਭਾਂਗੇ। ਅਦਰ ਦੈਨ ਦੈਟ ਇਹ ਔਰਤਾਂ ਖੜੀਆਂ ਰਹਿਣਗੀਆਂ, ਇੱਕ ਵਾਰੀ ਹੋ ਗਈ, 2 ਵਾਰੀ ਹਾਰ ਗਈ, ਉਹ ਹਾਰ ਗਈ, ਤੀਜੀ ਹਾਰ ਗਈ, ਡਿਸਅਪੁਆਇੰਟ ਹੋ ਕੇ ਜਿਹੜੀ ਕੋਈ ਮਾੜੀ ਮੋਟੀ ਹਿੰਮਤ ਵੀ ਕਰਦੀ ਆ ਉਹਨੇ ਵੀ ਦੇ ਡੋਂਟ ਵਿਨ, ਦੇ ਡੋਂਟ ਗੈਟ ਇਨ ਵਿਨ। ਫੈਡਰਲ ਇਲੈਕਸ਼ਨ ਅਨਾਉਂਸ ਹੋ ਜਾਣੀ ਹੈ ਹੁਣ, ਰੌਲਾ ਰੱਪਾ ਪੈਣਾ, ਫਿਰ ਇੱਕ ਵਾਰ ਇਲੈਕਸ਼ਨ ਦਾ ਸਾਰਾ ਟੀਵੀ ਰੇਡੀਓ ਸਾਰਿਆਂ ਨੇ 5-7 ਪੈਸੇ ਬਣਨੇ ਜੀ ਹੁਣ ਮੀਡੀਆ ਵਾਲੇ ਬਹੁਤ ਪੈਸੇ ਬਣਨੇ, 5-7 ਮੁੱਦੇ ਲੈ ਕੇ ਉਹਨਾਂ ਨੇ ਉਹ ਖਿੱਚੀ ਜਾਣੇ ਆ। ਜਿਹੜੇ ਕੈਂਡੀਡੇਟਸ ਦੇ ਵਿੱਚ ਔਰਤਾਂ 50% ਨਹੀਂ ਆ, ਜਿਹੜੇ ਲੋਕ ਡਿਸਾਈਡ ਕਰਦੇ ਆ ਵੀ ਕਿਹੜੀ ਸੀਟ ਤੋਂ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ, ਕੀ ਉੱਥੇ ਔਰਤਾਂ 50% ਹੈਗੀਆਂ? ਨਹੀਂ ਹੈਗੀਆਂ ਕਿਸੇ ਵੀ। ਮੈਨੂੰ ਲੱਗਦਾ ਕਿ ਇਹਦੇ ਬਾਰੇ ਸਟੈਟਿਸਟਿਕਸ ਜਿਹੜੇ ਆ ਕੱਢਣੇ ਪੁੱਲ ਕਰਨੇ ਚਾਹੀਦੇ ਆ ਵੀ ਜਿਹੜੀਆਂ ਔਰਤਾਂ ਜਦੋਂ ਤੁਸੀਂ ਕਹੋ ਵੀ ਕਿੱਥੇ ਹੋਣਗੀਆਂ, ਜਦੋਂ ਤੁਸੀਂ ਪੋਲੀਟੀਕਲ ਇਸ ਸਰਵੇ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿੱਥੇ ਕਿਤੇ ਕੋਈ ਪੋਲੀਟੀਕਲ ਇਕੱਠ ਹੋ ਰਿਹਾ ਉੱਥੇ ਔਰਤਾਂ ਦੀ ਰੈਪਰੈਜ਼ੈਂਟੇਸ਼ਨ ਘੱਟ ਹੋਣੀ ਹੈ। ਜਿੱਥੇ ਕਿਤੇ ਕੋਈ ਬੈਠੀਆਂ ਵੀ ਹੈ, ਜਿਵੇਂ ਮਰਦ ਤੇ ਔਰਤ ਬਰਾਬਰ ਨੰਬਰ ਦੇ ਵੀ ਬੈਠੇ ਆ, ਜਦੋਂ ਪੋਲੀਟਿਕਸ ਦੀ ਗੱਲ ਹੋਣੀ ਆ, ਕਿਸੇ ਨੇ ਆਬਜੈਕਟ ਕਰਨਾ, ਤਾਂ ਔਰਤ ਦਾ ਲਾਈਕਲੀਹੁੱਡ ਬੋਲਣਾ ਬਹੁਤ ਘੱਟ ਆ। ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਵੀ ਉਹ ਕਿਸ ਤਰ੍ਹਾਂ ਉਹ ਇਸ ਸਪੇਸ ਨੂੰ she will fill that space ਜਦੋਂ ਕਿ ਉਹ ਉੱਥੇ ਜਾ ਹੀ ਨਹੀਂ ਰਹੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤਾਂ ਐਕਚੁਅਲੀ ਮਰਦਾਂ ਨਾਲੋਂ ਜ਼ਿਆਦਾ ਵੋਟ ਕਰਦੀਆਂ ਕੈਨੇਡਾ ਦੇ ਵਿੱਚ। ਅੱਛਾ ਜੀ। ਪਰ ਉਹਨਾਂ ਦੀ ਅਵੇਅਰਨੈਸ ਹੈ ਨਹੀਂਗੀ, ਠੀਕ ਹੈ, ਵੋਟ ਕਰ ਰਹੇ ਆ ਪਰ ਵੋਟ ਵਾਲੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ ਕਿਸ ਚੀਜ਼ ਨੂੰ ਵੋਟ ਕਰ ਰਿਹਾ। ਤੁਸੀਂ ਇਹ ਸੋਚੋ ਵੀ ਫਿਰ ਆਪਾਂ ਇਹਨੂੰ ਵਰਕਿੰਗ ਡੈਮੋਕ੍ਰੇਸੀ ਕਹੀਏ ਕਿ ਮੈਨੀਪੂਲੇਟਡ ਆਪਾਂ ਡੈਮੋਕ੍ਰੇਸੀ ਰਹੀ ਹੈ ਕਿ ਜਾਂ ਬਾਈ ਡਿਫਾਲਟ ਇਸ ਨੂੰ ਆਪਾਂ ਨਾਂ ਦਿੱਤਾ ਹੋਇਆ ਡੈਮੋਕ੍ਰੇਸੀ ਦਾ। ਬਟ ਦ 50% ਆਫ ਦ ਪੀਪਲ ਵਿਚ ਆਰ ਵੂਮਨ, ਔਰਤਾਂ 50% ਨੇ, ਉਹਨਾਂ ਦੀ ਪਾਰਟਿਸਿਪੇਸ਼ਨ ਇਨ ਪੋਲੀਟੀਕਲ ਸਫੀਅਰਸ ਦੇ ਵਿੱਚ ਨਿਗਲੀਜੀਬਲ ਆ। ਕਿਸੇ ਨੂੰ ਤੁਸੀਂ ਜਾ ਕੇ ਗੱਲ ਕਰਦੇ ਆ, ਆਪਾਂ ਪੋਲੀਟੀਕਲ ਮੁੱਦਿਆਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈ ਕਿਸੇ ਨੂੰ। ਸਾਡੇ ਕੋਲ ਮਾਡਲ ਕਿਹੜਾ ਫਿਰ ਡੈਮੋਕ੍ਰੇਸੀ ਦਾ? ਕਿਹਨੂੰ ਅਸੀਂ ਦੇਖ ਸਕਦੇ ਹਾਂ ਕਿਹੜਾ ਪਰਫੈਕਟ ਉਹਨੂੰ ਫੋਲੋ ਕਰਨਾ ਚਾਹੀਦਾ? ਜੇ ਕੈਨੇਡਾ ਦੇ ਸਿਸਟਮ ਸਾਨੂੰ ਲੱਗਦਾ ਵੀ ਇਹ ਰੀਅਲ ਡੈਮੋਕ੍ਰੇਸੀ ਨਹੀਂ ਹੈ। ਦੇਖੋ, ਜੇ ਤੁਸੀਂ ਆਪਾਂ ਵੱਡੀ ਚੇਂਜ ਲਿਆਉਣੀ ਹੁੰਦੀ ਹੈ ਨਾ ਤਾਂ ਫਿਰ ਵੱਡੇ ਫੈਸਲੇ ਕਰਨੇ ਪੈਂਦੇ ਆ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਹੁਣ ਕਿਹਾ ਵੀ ਜਿਸ ਹਿਸਾਬ ਦੇ ਨਾਲ ਆਪਾਂ ਚੱਲ ਰਹੇ ਹਾਂ ਅਗਲੇ 100 ਸਾਲ ਵੀ ਔਰਤਾਂ 50% ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਬਰਾਬਰ ਨਹੀਂ ਹੋ ਸਕਦੀਆਂ। ਜੇ ਉਸ ਨੂੰ ਕਰਨਾ ਤਾਂ ਜਿਹੜੀ ਵੀ ਪਾਰਟੀ ਮੈਂਬਰਸ਼ਿਪ, ਜਿਹੜੀ ਵੀ ਪਾਰਟੀ ਵਿਨ ਕਰਦੀ ਹੈ, ਜੇ ਉਹ ਡਿਸੀਜਨ ਬਣਾ ਲੇ ਕਿ ਅਸੀਂ ਐਟਲੀਸਟ ਆਪਣੀ ਪਾਰਟੀ ਦੇ ਵਿੱਚ ਜੇ ਦੋ ਵਾਰੀ ਟਰਮਸ ਕਰ ਲਏ ਉਸ ਤੋਂ ਬਾਅਦ ਅਸੀਂ ਖਤਮ ਕਰ ਦੇਣਾ, ਉਸ ਤੋਂ ਬਾਅਦ ਜਿਹੜੇ ਇਹ ਸਾਰੇ ਤੁਸੀਂ ਸੋਚ ਲਓ ਵੀ 70% ਜਿਹੜੇ ਬੰਦੇ ਆ, ਇਨ ਜਨਰਲ ਗੱਲ ਕਰ ਰਹੀ ਹਾਂ, ਜੇ ਇਹੀ ਇੰਨੇ ਐਕਸਪੀਰੀਅੰਸਡ ਬੰਦੇ ਸਮਾਜ ਦੇ ਵਿੱਚ ਵਾਪਸ ਜਾਂਦੇ ਆ, ਸਮਾਜ ਦੇ ਵਿੱਚ ਜਾ ਕੇ ਸਾਰੀਆਂ ਚੈਰੀਟੇਬਲ ਫਾਊਂਡੇਸ਼ਨਸ ਜਾਂ ਤਾਂ ਸ਼ੁਰੂ ਕਰਦੇ ਆ ਜਾਂ ਹੈਲਪ ਕਰ ਰਹੇ ਆ ਜਾਂ ਪਬਲਿਕ ਕੰਸਲਟੇਸ਼ਨ ਦੇ ਵਿੱਚ ਉਹ ਐਡਵਾਈਜ਼ਰੀ ਬੋਰਡ ਤੇ ਬੈਠੇ ਆ, ਤੇ ਤੁਸੀਂ ਇਹ ਸੋਚੋ ਕਿ ਸਮਾਜ ਦੀ ਤਰੱਕੀ ਜਿਹੜੀ ਹੈ ਉਹ ਕਿੱਥੇ ਹੋ ਸਕਦੀ ਹੈ। ਸਮਾਜ ਦੀ ਕੌਨਸ਼ੀਅਸ ਲੈਵਲ, ਉਹਨਾਂ ਦੀ ਨੈਗੋਸੀਏਸ਼ਨ ਸਕਿੱਲ, ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲ, ਉਹਨਾਂ ਦੀ ਪਾਲਿਸੀ ਦੀ ਅੰਡਰਸਟੈਂਡਿੰਗ ਕਰਨੀ, ਰਾਈਟ, ਕਿੰਨੀ ਵੱਧ ਸਕਦੀ ਹੈ। ਤੁਸੀਂ ਉਹਨਾਂ ਲੋਕਾਂ ਨੂੰ ਉੱਥੇ ਜਿਹੜੇ ਹੈ ਟੇਬਲ ਖੜਕਾਉਣ ਨਾਲੋਂ, ਵੋਟਾਂ ਪਾਉਣ ਨਾਲੋਂ ਉਹਨਾਂ ਨੂੰ ਤੁਸੀਂ ਕਹੋ ਵੀ ਯੂ ਹੈਵ ਡਨ ਅ ਫਾਈਨ ਜੌਬ, ਥੈਂਕ ਯੂ ਵੈਰੀ ਮਚ, ਤੁਸੀਂ ਕਮੇਟੀ ਦੇ ਵਿੱਚ ਬੈਠੇ ਆ, ਤੁਸੀਂ ਆਪਣੀ ਪਾਰਟਿਸਿਪੇਸ਼ਨ ਕੀਤੀ ਹੈ, ਹੁਣ ਸਾਨੂੰ ਤੁਹਾਡਾ ਜਿਹੜਾ 8 ਸਾਲਾਂ ਦਾ ਸਭ ਤੋਂ ਹਾਈਐਸਟ ਲੈਵਲ ਆਫ ਐਕਸਪੀਰੀਅੰਸ ਹੈ, ਤੁਹਾਨੂੰ ਤੁਸੀਂ ਉੱਥੇ ਬੈਠੇ ਹੋ ਨਾ, ਤੁਹਾਨੂੰ ਕਾਲਜ ਹੈ ਤੁਹਾਡਾ, ਉੱਥੇ 8 ਸਾਲ ਤੁਸੀਂ ਪੜ੍ਹ ਲਿਆ, ਹੁਣ ਉਸ 8 ਸਾਲ ਨੂੰ ਕਮਿਊਨਿਟੀ ਦੇ ਵਿੱਚ ਵਾਪਸ ਜਾਓ। ਤੁਸੀਂ ਕਮਿਊਨਿਟੀ ਦੇ ਲਈ ਕੀ ਕਰ ਰਹੇ? ਡੋਂਟ ਗੋ ਬੈਕ ਐਂਡ ਜਸਟ ਰਨ ਅ ਬਿਜ਼ਨਸ ਵੀ ਹਾਂ ਹੁਣ ਮੈਂ ਆਪਣੀ ਇੱਥੇ ਬਿਜ਼ਨਸ, ਮੈਨੂੰ ਹੁਣ ਲਿੰਕਸ ਬਣ ਗਏ ਤਾਂ ਹੁਣ ਮੈਂ ਬਿਜ਼ਨਸ ਰਨ ਕਰਨਾ, ਠੀਕ ਹੈ, ਉਹ ਵੀ ਕਰੋ, ਆਪਣੇ ਪੈਸੇ ਕਮਾਵੋ, ਪਰ ਅਲੋਂਗ ਵਿਦ ਦੈਟ ਵੇਅਰ ਇਜ਼ ਯੋਰ ਕਮਿਟਮੈਂਟ? ਆਪਾਂ ਕਹਿੰਦੇ ਅਸੀਂ ਸਰਵਿਸ ਕਰਦੇ ਹਾਂ, ਅਸੀਂ ਤੁਹਾਡੀ ਸੇਵਾ ਕਰਦੇ ਹਾਂ। ਕੀ ਸੇਵਾ ਕਰਦੇ ਆ? ਪੈਸੇ ਲੈਂਦੇ ਆ? ਕੀ ਸੇਵਾ ਕਰਦੇ ਆ? ਦਿਸ ਇਜ਼ ਦੇਅਰ ਮੇਕਿੰਗ ਮਨੀ, ਇਟਸ ਦੇਅਰ ਪ੍ਰੋਫੈਸ਼ਨ. If you want to say a service, then they must do it without taking money. How many politicians can specifically say that I am actually serving, ਮੈਂ ਛੱਡ ਦਿੱਤਾ ਸਾਰਾ ਕੁਝ ਛੱਡਣ ਤੋਂ ਬਾਅਦ ਮੈਂ ਹੁਣ ਪਬਲਿਕ ਲਾਈਫ ਦੇ ਵਿੱਚ ਆ ਕੇ ਸਰਵਿਸ ਕਰ ਰਿਹਾ? If they don't have that kind of commitment, then we don't have the right politicians in Ottawa. ਇਹ ਐਬਸੋਲੂਟਲੀ ਇੰਪੋਰਟੈਂਟ ਗੱਲ ਹੈ। ਜੇ ਆਪਾਂ ਉਹੀ ਗੱਲ ਮੈਂ ਕਹਿੰਦੀ ਚੇਂਜ ਕਿਸ ਤਰ੍ਹਾਂ ਹੋਣਾ, ਆਪਾਂ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦੀ ਹਾਂ। ਇੱਥੋਂ ਦੇ ਆਪਣੇ MP ਨੇ, ਨਾ ਉਹਨਾਂ ਦਾ ਨਹੀਂ ਮੈਂਸ਼ਨ ਕਰਦੀ ਮੈਂ, ਉਹਨਾਂ ਦੀ ਪਾਰਟੀ ਮੈਂਸ਼ਨ ਨਹੀਂ ਕਰਦੀ, ਤਾਂ ਉਹਨਾਂ ਦੀ ਬਹੁਤ ਵੱਡੀ ਨਿਊਜ਼ ਬਣੀ ਪਿਛਲੀ ਵਾਰੀ ਇਲੈਕਸ਼ਨ ਦੇ ਵਿੱਚ, ਤੇ ਸ਼ਾਇਦ ਉਹਨਾਂ ਦੇ ਬੜੇ ਬੋਨਸ ਪੁਆਇੰਟ ਮਿਲੇ ਕਿ ਮੈਂ ਆਪਣੇ ਗ੍ਰੈਂਡ ਸਨ ਦੇ ਨਾਲ ਜਾ ਕੇ ਜਿਹੜਾ ਆਪਣਾ
ਸ਼ੂਟਿੰਗ ਦਾ ਮੈਂ ਲੈ ਕੇ ਆਇਆ, ਲਾਇਸੈਂਸ ਲੈ ਕੇ ਆਇਆ ਗਨਸ ਦਾ, ਤਾਂ ਕਿ ਮੈਨੂੰ ਪਤਾ ਲੱਗੇ ਉਹਦੇ ਵਿੱਚ ਕੀ ਪ੍ਰੋਸੈਸ ਹੈ, ਤਾਂ ਕਿ ਮੈਂ ਰਿਲੇਟ ਕਰ ਸਕਾਂ ਕਿ ਜਿਹੜੇ ਲੋਕ ਡਿਫੈਂਡ ਕਰਦੇ ਆ ਗਨ ਲਾਜ਼ ਨੂੰ, ਜਿਹੜੇ ਨਹੀਂ ਕਰਦੇ। ਤਾਂ ਮੈਨੂੰ ਲੱਗਿਆ ਵੀ ਕਿੱਡੀ ਕਮਾਲ ਦੀ ਗੱਲ ਆ। ਇਹਨਾਂ ਲੋਕਾਂ ਨੂੰ ਹੁਣ ਕੀ ਹੋਮਲੈਸ ਹੋਣਾ ਪੈਣਾ, ਤਾਂ ਇਹਨਾਂ ਨੂੰ ਹੋਮਲੈਸ ਦੀ ਸਮਝ ਆਊਗੀ? ਕੀ ਇਹਨਾਂ ਨੂੰ 80 ਸਾਲਾਂ ਦੇ ਹੋਣਾ ਪੈਣਾ, ਤਾਂ ਇਹਨਾਂ ਨੂੰ ਬਜ਼ੁਰਗਾਂ ਦੀ ਸਮਝ ਹੋਊਗੀ? ਜਾਂ ਇਹਨਾਂ ਨੂੰ ਆਪਣੇ ਪੁੱਤ ਮਰਵਾਉਣੇ ਪੈਣੇ, ਧੀਆਂ ਮਰਵਾਉਣੀਆਂ ਪੈਣੀਆਂ, ਤਾਂ ਇਹਨਾਂ ਨੂੰ ਦੁੱਖ ਸਮਝ ਆਊਗਾ ਕਿ ਇਨਫੋਰਸਮੈਂਟ ਦਾ ਕੀ ਰੋਲਾ? ਇਹਨਾਂ ਲੋਕਾਂ ਨੂੰ ਤੇ ਜਿਹੜੇ ਮੀਡੀਆ ਨਿਊਜ਼ ਚੱਕਦੀ ਹੈ ਤੇ ਜਿਹੜੇ ਸਾਰੇ ਵੋਟਰਸ ਆ, ਉਹਨਾਂ ਨੂੰ ਇਸ ਗੱਲ ਦਾ, ਆਪਾਂ ਨੂੰ ਜਦੋਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਤੇ ਆਪਾਂ ਇਸ ਗੱਲ ਤੇ ਜੋ ਤਾੜੀਆਂ ਮਾਰ ਦਿੰਦੇ ਆ, ਆਹ ਰੌਲਾ। ਪੋਲੀਟੀਕਲ ਅਵੇਅਰਨੈਸ ਜਿਹੜੀ ਹੈ ਉਹ ਪਾਲਿਸੀਜ਼ ਬਣਾਉਣ ਚੱਲੇ ਨਾ, ਉੱਥੇ ਜਿਹੜੇ ਸਾਰੇ ਐਮਪੀਜ਼ ਉੱਥੇ ਜਾਂਦੇ ਆ, ਕਰਨ ਕੀ ਜਾਂਦੇ ਆ, ਉਹ ਪਾਲਿਸੀਜ਼ ਬਣਾਉਂਦੇ ਆ। ਉਹ ਪਾਲਿਸੀਜ਼ ਜਿਹੜੀਆਂ ਨੇ ਆਪਣੀ ਸਾਰੀ ਜ਼ਿੰਦਗੀ ਨੂੰ ਮੈਨੇਜ ਕਰਦੇ ਆ ਉਹ, ਹੈ ਨਾ, ਵੀ ਟੈਕਸ ਕਿੰਨੇ ਦੇਣੇ ਆ, ਕਿੱਥੇ ਦਰਖਤ ਲਾਉਣੇ, ਕਿੱਥੇ ਕੱਟ ਸਕਦੇ ਆ, ਕਿੱਥੇ ਨਹੀਂ ਕੱਟ ਸਕਦੇ, ਕਿੰਨੇ ਬੱਚੇ ਸਕੂਲ 'ਚ ਜਾਣੇ, ਕਿੰਨੇ ਨਹੀਂ, ਉਹ ਪਾਲਿਸੀ ਮੇਕਿੰਗ ਹੈ। ਪਾਲਿਸੀ ਬਣਾਉਣ ਦੇ ਲਈ ਲੋਕਾਂ ਦੇ ਨਾਲ ਜੁੜਨਾ ਜ਼ਰੂਰੀ ਹੈ। ਜਿਹੜੇ ਲੋਕ ਸਿਰਫ ਡਾਕਟਰ ਹੈ ਜਾਂ ਲਾਇਰ ਹੈ ਜਾਂ ਕੋਈ ਬਿਜ਼ਨਸਮੈਨ ਹੈ, that does not qualify them to serve ਐਡੀ ਹਾਈਐਸਟ ਜਿਹੜੀ ਪੋਜੀਸ਼ਨ ਤੇ ਜਾ ਕੇ ਤੁਸੀਂ ਉੱਥੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਤੁਹਾਨੂੰ ਲੋਕਾਂ ਦਾ ਨਹੀਂ ਪਤਾ ਵੀ ਲੋਕ ਕੀ ਕਰ ਰਹੇ, ਲੋਕਾਂ ਦੀ ਜ਼ਿੰਦਗੀ ਦੇ ਆਮਰਾ ਜ਼ਿੰਦਗੀ ਦਾ ਨਹੀਂ ਪਤਾ, ਤੁਸੀਂ ਕਿਤੇ ਵਕਤ ਨਹੀਂ ਗੁਜ਼ਾਰਿਆ, ਤੁਸੀਂ ਕਿਤੇ ਵੋਲੰਟੀਅਰ ਨਹੀਂ ਕੀਤਾ। ਸੋ ਜਦੋਂ ਇਹਨਾਂ ਨੇ ਆਹ ਹੋਣੀਆਂ ਹੁੰਦੀਆਂ ਨਾ ਇਲੈਕਸ਼ਨ, ਤਾਂ ਬੜੇ ਫਿਰ ਉਹ ਆ ਦਿੰਦੇ ਹੁੰਦੇ ਵੀ ਇਹਨੇ ਇੱਥੇ ਵੋਲੰਟੀਅਰ ਕੀਤਾ ਜੀ, ਇੱਥੇ ਬੱਚੇ ਪੜ੍ਹਾਏ ਹੈ, ਉਹਨੇ ਆ ਕੀਤਾ। ਮੈਂ ਕਿਹਾ ਵੀ ਆਪਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਆਪਾਂ ਦੇਖਦੇ ਹਾਂ ਵੀ ਤੁਸੀਂ ਕਿੱਥੇ ਸਰਵ ਕੀਤਾ, ਦੱਸੋ ਸਾਨੂੰ, ਤੇ ਅਸੀਂ ਉਸ ਝੂਠ ਨੂੰ ਖਰੀਦ ਲੈਂਦੇ ਹਾਂ। ਆਪਾਂ ਨੂੰ ਓਵਰਆਲ ਸਿਸਟਮ ਜਿਹੜਾ ਹੈ ਉਹਦੇ ਵਿੱਚ ਸਿੰਸੀਅਰਿਟੀ ਚਾਹੀਦੀ ਹੈ, ਸੰਜੀਦਗੀ ਚਾਹੀਦੀ ਹੈ। ਜੇ ਆਪਾਂ ਵਾਕਈ ਚਾਹੁੰਦੇ ਹਾਂ ਕਿ ਅੱਜ ਜੋ ਅਸੀਂ ਕੰਮ ਕਰ ਰਹੇ ਹਾਂ ਸਾਡੇ ਬੱਚਿਆਂ ਨੇ ਵੱਢਣਾ, ਸਾਡੇ ਪੋਤਿਆਂ ਪੋਤੀਆਂ ਨੇ ਵੱਢਣਾ, ਦੋਤਿਆਂ ਨੇ ਵੱਢਣਾ, ਤਾਂ ਅੱਜ ਅਸੀਂ ਕਿਹੋ ਜਿਹਾ ਸਮਾਜ ਵਰਤ ਰਹੇ ਹਾਂ? ਕੀ ਅਸੀਂ ਅੱਜ ਸਿਰਫ ਅੱਜ ਦਾ ਆਪਣਾ ਵੇਖ ਕੇ, ਬਿਲਕੁਲ ਅੱਜ ਦਾ ਸਿਰਫ ਵੀ ਮੈਂ ਇੰਡੀਆ ਗਿਆ ਸੀ ਤਾਂ ਮੈਨੂੰ ਉਹਦਾ ਫੋਨ ਆਇਆ ਤੇ ਉਹਨੇ ਮੇਰੀ ਟਿਕਟ ਕਰਵਾ ਦਿੱਤੀ ਹੈ ਉਸ ਐਮਪੀ ਨੇ, ਜਾਂ ਮੇਰੀ ਇਮੀਗ੍ਰੇਸ਼ਨ ਤੇ ਹੁਲਵਾ ਦਿੱਤੀ, ਦਿਸ ਐਂਡ ਦੈਟ, ਹੈ ਨਾ। ਇਹ ਹੈ ਜ਼ਰੂਰੀ ਚੀਜ਼ ਹੈ, ਪਰ ਇਸ ਤੋਂ ਵੱਡੀ ਚੀਜ਼ ਹੈ ਕਿ ਤੁਸੀਂ ਇਮੀਗ੍ਰੇਸ਼ਨ ਵੱਡੀ ਕਿਉਂ ਨਹੀਂ ਦੇਖਦੇ? ਇਮੀਗ੍ਰੇਸ਼ਨ ਨੂੰ ਦੇਖੋ, ਜਦੋਂ ਇਮੀਗ੍ਰੇਸ਼ਨ ਪਾਲਿਸੀ ਬਣਦੀ ਹੈ ਜਿਸ ਤੇ ਤੁਹਾਡੀ ਸਾਰੀ ਇੰਟਾਇਰ ਵੈਲਨੈਸ ਡਿਪੈਂਡ ਕਰਦੀ ਹੈ, ਤੁਹਾਡੀ ਮੈਂਟਲ ਵੈਲਨੈਸ, ਤੁਹਾਡੇ ਪਰਿਵਾਰ ਦੀ ਵੈਲਨੈਸ ਡਿਪੈਂਡ ਕਰਦੀ ਹੈ, ਅਟੈਕ ਇਨਟੂ ਦੈਟ ਔਰ ਐਡਰੈਸ ਦੈਟ ਫਰਮ ਦੈਟ ਪਰਸਪੈਕਟਿਵ, ਕਿ ਉਹਦੇ ਨਾਲ ਸਾਡੇ ਲਈ ਸਿਰਫ ਪੈਸੇ ਦੀ ਜ਼ਰੂਰਤ ਨਹੀਂ ਹੈ, ਸਾਡੇ ਲਈ ਮੈਂਟਲ ਵੈਲਨੈਸ ਜਿਹੜੀ ਹੈ, ਜਿਹਦੇ ਨਾਲ ਸਾਡਾ ਜਿਹੜਾ ਵੱਡਾ ਪਿੰਡ ਵਸਾਉਂਦੇ ਸੀ ਆਪਾਂ, ਉਹਦੇ ਨਾਲ ਜਿਹੜਾ ਪਰਿਵਾਰ ਖੁਸ਼ ਰਹਿੰਦਾ ਸੀ, ਉਸ ਕਨਸੈਪਟ ਨੂੰ ਸਮਝ ਕੇ ਜੇ ਤੁਸੀਂ ਇਮੀਗ੍ਰੇਸ਼ਨ ਨਹੀਂ ਫੋਲੋ ਕਰ ਰਹੇ ਤੇ ਜੇ ਇਦਾਂ ਹੀ ਰੌਲਾ ਪਾ ਦੇਣਾ ਵੀ ਉਹ ਇੰਨੇ ਸਟੂਡੈਂਟ ਆ ਗਏ, ਜਿਵੇਂ ਨਿੱਕੀਆਂ ਜਿਹੜੀਆਂ ਗੱਲਾਂ ਹੈ, ਮੈਨੂੰ ਲੱਗਦਾ ਕਿ ਇਹ ਬਹੁਤ ਆਪਾਂ ਡੀਪ ਨਹੀਂ ਜਾਂਦੇ ਕਿਸੇ ਇਸ਼ੂ ਦੇ ਲਈ ਕਿ ਇਮੀਗ੍ਰੇਸ਼ਨ ਸਾਡੀ ਕਮਿਊਨਿਟੀ ਦੇ ਲਈ ਕਿਉਂ ਜ਼ਰੂਰੀ। ਇਮੀਗ੍ਰੇਸ਼ਨ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਹੈ ਉਹਦੇ ਲਈ ਪਰਿਵਾਰਾਂ ਦਾ ਕਿੱਡਾ ਵੱਡਾ ਰੋਲ ਆ। ਸੋ ਜਿਹੜੇ ਬੰਦੇ ਇਹਨਾਂ ਪਾਲਿਸੀਜ਼ ਨੂੰ ਨਹੀਂ ਸਮਝ ਸਕਦੇ, ਉਹ ਬੰਦੇ ਜਦੋਂ ਪੋਲਿਟਿਕਸ ਦੇ ਵਿੱਚ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਜਾ ਕੇ ਜਦੋਂ ਡਿਸੀਜਨ ਮੇਕਿੰਗ ਟੇਬਲ ਤੇ ਬੈਠਦੇ ਆ, ਭਾਵੇਂ ਪਾਲਿਸੀਜ਼ ਬਣਾ ਰਹੇ ਆ, ਤਾਂ ਉਹ ਕਿਸ ਤਰ੍ਹਾਂ ਸੰਜੀਦਾ ਹੋ ਕੇ ਆਪਣੇ ਤੁਹਾਡੇ ਮੇਰੇ ਵਰਗਿਆਂ ਦੇ ਲਈ ਗੱਲ ਕਰਨਗੇ? ਸੋ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ, ਤੇ ਫਿਰ ਉਹੋ ਜਿਹੇ ਨੁਮਾਇੰਦੇ ਭੇਜੀਏ ਜਿਹੜੇ ਲੋਕੀ ਜੜਾਂ ਦੇ ਨਾਲ ਜੁੜੇ ਹੋਣ। ਸਿਰਫ ਸੋਸ਼ਲ ਇਵੈਂਟਸ ਤੇ ਆ ਜਾਣਾ ਹੀ ਕਾਫੀ ਨਹੀਂ, ਉਹ ਜ਼ਰੂਰੀ ਹੈ ਕਿਉਂਕਿ ਤੁਹਾਡੀ ਫੇਸ ਟੂ ਫੇਸ ਰੈਕਗਨੀਸ਼ਨ ਹੁੰਦੀ ਹੈ, ਪਰ ਜੇ ਕਿਸੇ ਦਾ ਪੁੱਤ ਮਰਿਆ ਤੁਸੀਂ ਉਹਦੇ ਨਾਲ ਬੈਠੇ ਆ ਵੀ ਤੁਹਾਡਾ ਕਿਉਂ ਹੋਇਆ, ਜੇ ਤੁਹਾਡੇ ਬਜ਼ੁਰਗ ਨੂੰ ਮੈਂਟਲ ਇਲਨੈਸ ਆ ਤੇ ਕਿਉਂ ਹੈ, ਤੁਸੀਂ ਉਹਨਾਂ ਦੇ ਲਈ ਕਿਹੋ ਜਿਹੀ ਫੈਸਿਲਿਟੀਜ਼ ਕ੍ਰੀਏਟ ਕਰ ਰਹੇ ਆ? ਕੀ ਉਹਨਾਂ ਦੇ ਕੋਲੇ ਉਹ ਥਾਂ ਨਹੀਂ ਹੈ? ਜਿਹੜੇ ਸਟੂਡੈਂਟਸ ਆ ਰਹੇ ਆ, ਕੀ ਆਪਾਂ ਉਹਨਾਂ ਦੇ ਲਈ ਕੋਈ ਥਾਵਾਂ ਬਣਾਈਆਂ ਵੀ ਤੁਸੀਂ ਆਹ ਤੁਹਾਡੀ ਸੋਸ਼ਲ ਬੌਂਡਿੰਗ ਥਾਂ ਹੈ? ਸੋ ਆਈ ਥਿੰਕ ਮੈਨੂੰ ਲੱਗਦਾ ਕਿ ਦਿਸ ਟੌਪਿਕ ਰਿਕੁਆਇਰਸ ਵੈਰੀ ਡੀਪ ਐਂਡ ਸਿੰਸੀਅਰ, ਜਿਹੜੀ ਤੁਸੀਂ ਕਹਿੰਦੇ ਹੋ ਵੀ ਸਿੰਸੀਅਰ ਕਮਿਟਮੈਂਟ ਹੈ, ਉਸ ਦੇ ਨਾਲ ਆਪਾਂ ਅੱਗੇ ਤੁਰ ਸਕਦੇ ਹਾਂ। ਇੱਕ ਸਧਾਰਨ ਵਿਅਕਤੀ, ਮੈਂ ਸਰੀ ਦੇ ਵਿੱਚ ਰਹਿਣਾ, ਮੈਂ ਵੋਟ ਪਾਉਣੀ ਹੈ, ਮੈਂ ਮੀਡੀਆ ਨਾਲ ਮੇਰਾ ਕੋਈ ਸੰਬੰਧ ਨਹੀਂ, ਮੈਂ ਕੀ ਕਰਾਂ ਇਹਦੇ ਲਈ? ਮੈਂ ਕੀ ਦੇਖਾਂ? ਮੇਰੇ ਮੋਰੇ ABC 3 ਕੈਂਡੀਡੇਟ ਖੜੇ ਆ, ਤਿੰਨੋਂ ਹੀ ਮੇਰੀ ਕਮਿਊਨਿਟੀ ਦੇ ਆ। ਮੈਂ ਔਰਤਾਂ ਨੂੰ ਸਪੋਰਟ ਕਰਨਾ ਚਾਹੁੰਦਾ ਕਿ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਕੀ ਸਵਾਲ ਕਰਾਂ ਆਇਆਂ ਨੂੰ, ਜਾਂ ਮੈਂ ਤਿੰਨੋਂ ਹੀ ਮੇਲ ਨੇ, ਕਿਹਨੂੰ ਵੋਟ ਪਾਵਾਂ, ਕਿ ਜਾਂ ਕੋਈ ਔਰਤ ਸਰੀ ਦੇ ਵਿੱਚ ਰਹਿੰਦੀ ਕੀ ਕਰੇ ਵੀ ਉਹ ਇਸ ਸਮੱਸਿਆ ਲਈ ਕੁਝ ਪ੍ਰੈਕਟੀਕਲੀ ਕਰ ਸਕੇ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਧਾਰਨ ਵਿਅਕਤੀ ਦੀ ਵੋਟ ਤੇ ਪ੍ਰਾਈਮ ਮਿਨਿਸਟਰ ਦੀ ਵੋਟ ਬਿਲਕੁਲ ਬਰਾਬਰ ਦੀ ਹੈ। ਸੋ ਕਿਸੇ ਨੂੰ ਇਹ ਹੋਵੇ ਵੀ ਨਹੀਂ ਮੇਰੀ ਵੋਟ ਕਿਸੇ ਦੀ ਘੱਟ ਹੈ, ਕਿਸੇ ਦੀ ਵੈਲਿਊ, ਇਸ ਸਭ ਤੋਂ ਵੱਡੀ ਜਿੰਨੀ ਕੁ ਆਪਾਂ ਸਾਦੀ ਚੀਜ਼ ਸਮਝ ਲੈਂਦੇ ਹਾਂ ਵੋਟ ਨੂੰ, ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਟੂਲ ਹੈ, ਜਿਹੜੀ ਚਾਬੀ ਆ, ਉਹ ਵੋਟ ਆ। ਠੀਕ,
ਸੋ ਤੁਸੀਂ ਅਗਲਾ ਸਵਾਲ ਕੀ ਕਰਦੇ ਹੋ? ਮੈਨੂੰ ਇਹ ਲੱਗਦਾ ਕਿ ਜਿਹੜਾ ਸਮਾਜ ਔਰਤਾਂ ਨੂੰ ਸਪੋਰਟ ਨਹੀਂ ਕਰ ਰਿਹਾ, ਔਰਤਾਂ ਦੇ ਲਈ, ਮੈਂ ਇਹ ਨਹੀਂ ਕਹਿੰਦੀ ਵੀ ਉਹਨਾਂ ਨੂੰ ਤੁਸੀਂ ਸਿਰ ਤੇ ਚੱਕਣ ਦੀ ਲੋੜ ਹੈ, ਮੈਂ ਕਹਿੰਦੀ ਉਹਨਾਂ ਲਈ ਦਰਵਾਜ਼ੇ ਬੰਦ ਕਰਨੇ ਹਟ ਜਾਓ ਬਸ। ਜਿਹੜਾ ਵੀ ਕੋਈ ਆਰਗੇਨਾਈਜੇਸ਼ਨ ਹੈ, ਕੋਈ ਪੋਲੀਟੀਕਲ ਬਾਡੀ ਹੈ ਜੋ ਤੁਹਾਡੇ ਕੋਲ ਉੱਥੇ ਆਉਂਦੇ, ਤੁਸੀਂ ਉਹਨਾਂ ਨੂੰ ਪੁੱਛਦੇ ਹੋ ਭਾਈ ਤੁਸੀਂ ਦਰਵਾਜ਼ੇ ਬੰਦ ਕਰਨੇ ਹਟੇ ਹੋ ਕਿ ਹਜੇ ਵੀ ਤੁਸੀਂ ਲਾਈ ਜਾਂਦੇ ਹੋ ਔਰਤਾਂ ਦੇ? ਜਦੋਂ ਔਰਤਾਂ ਨੂੰ ਕੋਈ ਬਾਲੀ ਹੋਰ ਹੱਲਾਸ਼ੇਰ ਦੀ ਲੋੜ ਨਹੀਂ, ਬਹੁਤ ਕੇਪੇਬਲ ਔਰਤਾਂ ਨੇ ਇੱਥੇ, ਤੁਸੀਂ ਉਹਨਾਂ ਦੇ ਲਈ ਦਰਵਾਜ਼ੇ ਬੰਦ ਕਰਨੇ ਬੰਦ ਕਰੋ ਬਸ। ਕੀ ਹਟ ਸਕਦੇ ਹੋ ਤੁਸੀਂ? ਕੀ ਤੁਸੀਂ ਇਹ ਵਾਅਦਾ ਕਰ ਸਕਦੇ ਹੋ ਕਿ ਤੁਸੀਂ ਆਪਣੀ ਪਾਰਟੀ ਦੇ ਵਿੱਚ ਲੈਜਿਟ ਦਰਵਾਜ਼ਾ ਖੋਲ ਕੇ ਖੜੋਗੇ ਵੀ ਭੈਣੇ ਆ ਵੀ ਇਹ ਤੇਰੀ ਥਾਂ ਆ, ਤੇਰੀ ਡਿਜ਼ਰਵ ਕਰਦੇ ਆ, ਅਸੀਂ ਇੱਥੇ ਗਲਤੀ ਨਾਲ ਬੈਠੇ ਸੀ, ਯੂ ਆਰ ਮੋਰ ਕੇਪੇਬਲ। ਸਾਨੂੰ ਜਿਹੜੀਆਂ 50% ਔਰਤਾਂ ਆ, ਜਦੋਂ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ, ਉਹਨਾਂ ਦੀ ਵੌਇਸ ਨਹੀਂ, ਜਦੋਂ ਕਿਸੇ ਵੀ ਡਿਸੀਜਨ ਮੇਕਿੰਗ ਤੇ ਪਹਿਲੀ ਗੱਲ ਤਾਂ 50% ਔਰਤ ਚਾਹੀਦੀ ਹੈ, ਪਰ ਉਸ 50% ਔਰਤ ਦੇ ਵਿੱਚ ਵੀ ਰੰਗਦਾਰ ਔਰਤ ਚਾਹੀਦੀ ਹੈ। ਕਈ ਭਾਸ਼ਾਵਾਂ ਬੋਲਦੇ ਆ ਲੋਕ ਚਾਹੀਦੇ ਆ, ਕਈ ਪਿਛਲੀ ਡਿਫਰੈਂਟ ਡਾਈਵਰਸ ਐਥਨਿਕ ਬੈਕਗ੍ਰਾਉਂਡ ਚਾਹੀਦੀ ਹੈ, ਕਈ ਵੱਖਰੇ ਲਾਈਫ ਐਕਸਪੀਰੀਐਂਸਿਸ ਵਾਲੇ ਲੋਕ ਚਾਹੀਦੇ ਉੱਥੇ ਔਰਤਾਂ। ਇਹ ਨਹੀਂ ਹੈ ਵੀ ਹੁਣ ਅਸੀਂ ਔਰਤਾਂ ਨੂੰ ਕਰਦਾ ਤਾਂ ਹੁਣ ਅਸੀਂ ਚਿੱਟੀਆਂ ਔਰਤਾਂ ਇਕੱਠੀਆਂ ਕਰ ਲਈਆਂ ਕਿਉਂਕਿ ਸਾਨੂੰ ਉਹ ਈਜ਼ੀ, ਸਾਡੇ ਕੋਲੇ ਜਿੱਦਾਂ ਉਹ ਪ੍ਰੋਸੈਸ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਕਰ ਦਿੱਤਾ। ਨਹੀਂ, ਤੁਸੀਂ ਕਲਰਡ ਔਰਤਾਂ ਨੂੰ ਲੈ ਕੇ ਆਉਣਾ, ਤੇ ਕਲਰਡ ਔਰਤਾਂ ਦੇ ਵਿੱਚ ਵੀ ਤੁਸੀਂ ਉਸ ਤੋਂ ਬਾਅਦ ਡਿਫਰੈਂਟ ਵੈਰਾਈਟੀ ਆਫ ਲਿੰਗੁਇਸਟਿਕਸ ਜਿਹੜੀਆਂ ਬੋਲਦੀਆਂ ਤੇ ਕਿਹੜੀਆਂ ਬੈਕਗ੍ਰਾਉਂਡ ਲੈ ਕੇ ਆਉਂਦੇ। ਜਿਹੜੀ ਕਮੇਟੀ, ਜਿਹੜੀ ਵੀ ਤੁਹਾਡੇ ਕੋਲ ਪੋਲੀਟੀਸ਼ੀਅਨ ਆਉਂਦਾ, ਤੁਸੀਂ ਉਸ ਨੂੰ ਆਪਣੀ ਬੇਟੀ ਦੇ ਭਵਿੱਖ ਲਈ, ਆਪਣੀ ਨੂੰਹ ਦੇ ਭਵਿੱਖ ਦੇ ਲਈ ਜ਼ਰੂਰੀ ਪੁੱਛਣਾ ਕਿ ਤੁਸੀਂ ਔਰਤਾਂ ਦੇ ਲਈ। ਮੈਨੂੰ ਲੱਗਦਾ ਕਿ ਕਈ ਲੋਕਾਂ ਜਿਹੜੇ ਦੇਖ ਰਹੇ ਆ ਕਹਿੰਦੇ ਹੋਣਗੇ ਮੇਰਾ ਇੱਕੋ ਮੁੱਦੇ ਤੇ ਰੌਲਾ ਪਾਉਂਦੀ ਹੈ, ਪਰ ਆਪਾਂ ਬਹੁਤ ਵਾਜਿਬ ਮੁੱਦਾ ਹੈ ਔਰ ਡਿਸਕਸ ਕੀਤਾ ਜਾਣਾ ਚਾਹੀਦਾ। ਮੈਂ ਇਸ ਕਰਕੇ ਕਹਿੰਦੀ ਹਾਂ ਕਿ ਆਪਾਂ ਸਿਆਣੇ ਜਿਸ ਮਾਹੌਲ ਚੋਂ ਆਏ ਆ, ਉੱਥੇ ਸਿਆਣੇ ਕਹਿੰਦੇ ਹੁੰਦੇ ਸੀ ਭਾਈ ਜੇ ਘਰ ਦੀ ਇੱਕ ਔਰਤ ਪੜ ਗਈ ਤਾਂ ਸਾਡਾ ਖਾਨਦਾਨ ਪੜ ਜਾਂਦਾ। ਬਿਲਕੁਲ ਹੈ ਉਸ ਕਨਸੈਪਟ ਨੂੰ ਜੇ ਅੱਜ ਆਪਾਂ ਨਹੀਂ ਸਮਝ ਰਹੇ, ਜੇ ਆਪਾਂ ਉਸ ਨੂੰ ਟੇਬਲ ਤੇ ਥਾਂ ਨਹੀਂ ਦੇ ਰਹੇ, ਉਹਦੇ ਓਪੀਨੀਅਨ ਨੂੰ, ਉਹਦੇ ਫਿਕਰਾਂ ਨੂੰ, ਉਹਦੀਆਂ ਜ਼ਰੂਰਤਾਂ ਨੂੰ, ਉਹਦੇ ਦਿਮਾਗ ਦੀ ਵਿਜ਼ਨ ਨੂੰ, ਰਾਈਟ, ਤਾਂ ਤੁਸੀਂ ਜਿਹੜਾ ਹੈ ਲੰਗੜਾ ਲੂਲਾ ਜਿਹੜੀ ਆਪਣੀ ਡੈਮੋਕ੍ਰੇਸੀ ਆ ਉਹ ਲੈ ਕੇ ਤੁਰ ਰਹੇ ਹੋ। ਸੋ ਹਰ ਇੱਕ ਜਿਹੜਾ ਭਾਵੇਂ ਤੁਹਾਡੇ ਕੋਲ ਪ੍ਰਾਈਮ ਮਿਨਿਸਟਰ ਆਵੇ ਵੋਟ ਮੰਗਣ, ਭਾਵੇਂ ਤੁਹਾਡੇ ਕੋਲੇ ਕੋਈ ਬੰਦਾ ਕਹਿੰਦਾ ਯਾਰ ਅੱਜ ਇਕੱਠੇ ਚੱਲੇ ਆਪਾਂ ਮੀਰਾ ਨੂੰ ਵੋਟ ਕਰਨੀ ਆ, ਰਾਈਟ, ਤੁਸੀਂ ਉਹਨਾਂ ਨੂੰ ਪੁੱਛਣਾ ਕਿ ਤੁਹਾਡੀ ਪਾਲਿਸੀ ਦੇ ਵਿੱਚ ਕੀ 50% ਔਰਤਾਂ ਕੈਂਡੀਡੇਟ ਖੜੀਆਂ ਕਰੋਗੇ ਤੁਸੀਂ ਇਸ ਵਾਰੀ? ਇਹ ਹੈ ਪੱਕੀ ਗੱਲ। ਦੂਸਰਾ ਸਵਾਲ ਉਹਨਾਂ ਨੂੰ ਇਹ ਪੁੱਛਣਾ ਕਿ ਕੀ ਤੁਸੀਂ ਰੰਗਦਾਰ ਔਰਤਾਂ ਨੂੰ ਥਾਂ ਦਿਓਗੇ? ਤੀਸਰਾ ਸਵਾਲ ਇਹ ਪੁੱਛਣਾ ਵੀ ਜੇ ਤੁਹਾਡੀ ਗਵਰਨਮੈਂਟ ਬਣ ਗਈ ਤਾਂ ਜਿਹੜਾ ਸਾਰਾ ਪਬਲਿਕ ਸੈਕਟਰ, ਸਾਰੇ ਜਿਹੜੇ ਫੈਡਰਲ ਗਵਰਨਮੈਂਟਸ ਨੇ, ਕੀ ਉਹਦੇ ਵਿੱਚ ਤੁਸੀਂ ਜ਼ਰੂਰੀ ਕਰੋਗੇ ਕਿ 50% ਔਰਤਾਂ ਲੀਡਰਸ਼ਿਪ ਪੋਜੀਸ਼ਨਸ ਤੇ ਆਉਣ? ਵਿਦਨ ਜਿਹੜੀ ਵੀ ਕੋਈ ਤੁਸੀਂ ਫਿਸ਼ਰੀਜ਼ ਹੈ, ਇਮੀਗ੍ਰੇਸ਼ਨ ਹੈ, ਉਹਦੇ ਵਿੱਚ ਲੋਕੀ ਕੰਮ ਕਰਦੇ ਆ, ਜਿਹੜੇ ਪਬਲਿਕ ਸਰਵੈਂਟ ਨੇ, ਸਰਕਾਰੀ ਲੋਕੀ ਕੰਮ ਕਰਦੇ ਆ, ਕਿ ਕੀ ਉੱਥੇ ਤੁਸੀਂ ਇਨਸ਼ੋਰ ਕਰੋਗੇ? ਜੇ ਤੁਸੀਂ 3 ਜ਼ਰੂਰੀ ਸਵਾਲ ਕਰ ਲੈਂਦੇ ਹੋ ਤੇ ਉਹਨਾਂ ਸਵਾਲਾਂ ਦੇ ਨਾਲ ਉਹ ਤੁਹਾਨੂੰ ਸੈਟੀਸਫਾਈ ਕਰ ਲੈਂਦੇ ਆ, ਤਾਂ ਐਟਲੀਸਟ ਆਪਾਂ ਜਿਹੜੀ ਬੇਅਰ ਮਿਨੀਮਮ ਕੰਮ ਕਰਨਾ ਚਾਹੁੰਦਾ, ਜਿਹੜਾ ਆਪਾਂ ਕਹਿੰਦੇ ਵੀ ਆਮ ਬੰਦੇ ਨੂੰ ਕੀ ਕਰਨਾ ਚਾਹੀਦਾ, ਇਹ ਕਰ ਲਿਆ ਤਾਂ ਘੱਟੋ ਘੱਟ ਆਪਾਂ ਇੱਕ ਸਟੈਪ ਲੈ ਲਿਆ ਤੇ ਬਹੁਤ ਜ਼ਰੂਰੀ ਸਟੈਪ ਲੈ ਲਿਆ। ਨੋਮੀਨੇਸ਼ਨ ਦੇ ਨਾਲ ਕੋਈ ਪ੍ਰੋਸੈਸ ਹੈਗਾ ਕਿ ਔਰਤਾਂ ਅੱਗੇ ਆ ਸਕਦੀਆਂ? ਨਹੀਂ, ਜੇ ਇਹਨਾਂ ਨੇ ਨਹੀਂ ਆਉਣ ਦੇਣਾ ਜੀ ਤਾਂ ਨੋਮੀਨੇਸ਼ਨ ਤੱਕ ਤਾਂ ਪਹੁੰਚਣ ਨਹੀਂ ਦਿੰਦੇ ਔਰਤਾਂ ਨੂੰ। ਇਹ ਆਪਾਂ ਨੂੰ ਮੈਂ ਨਹੀਂ ਕਹੂੰਗੀ ਵੀ ਕਿਸੇ ਇੱਕ ਪਾਰਟੀ ਦੀ ਗੱਲ ਹੈ, ਅਸੀਂ ਜਨਰਲ ਕਰ ਰਹੇ ਹਾਂ ਸਾਰੇ। ਹਾਂਜੀ ਹਾਂ, ਮੈਂ ਇਨ ਜਨਰਲ ਗੱਲ ਕਰ ਰਹੀ ਹਾਂ ਕਿ ਉਹਨਾਂ ਨੇ ਜੇ ਤੁਹਾਨੂੰ ਆਉਣ ਨਹੀਂ ਦੇਣਾ ਉੱਥੇ ਤੁਹਾਨੂੰ ਨੋਮੀਨੇਸ਼ਨ ਤੱਕ ਆਉਣ ਨਹੀਂ ਦੇਣਾ। ਤੁਸੀਂ ਪ੍ਰੋਵਿੰਸ਼ਲੀ ਜਿਹੜੀ ਹੁਣੇ ਹੋ ਕੇ ਗਈਆਂ, ਆਪਾਂ ਉਹਦੇ ਵਿੱਚ ਵੀ ਦੇਖ ਸਕਦੇ ਹਾਂ, ਮਿਊਨਿਸਪਲ ਵੀ ਆਈਆਂ ਤੇ ਫੈਡਰਲ ਵੀ ਆ ਜਾਣੀਆਂ। ਜਦੋਂ ਤੁਸੀਂ ਔਰਤ ਨੂੰ ਥਾਂ, ਜਦੋਂ ਮੈਂ ਤਾਂ ਹੀ ਕਹਿੰਦੀ ਹਾਂ ਨਾ ਵੀ ਤੁਸੀਂ ਦਰਵਾਜ਼ੇ ਲਾਉਣੇ ਬਾਣੇ ਬੰਦਿਆਂ ਨੂੰ ਕਹੋ, ਸਿਰਫ ਦਰਵਾਜ਼ੇ ਲਾਉਣੇ ਬੰਦ ਕਰਨੇ ਹਟ ਜਾਓ। ਔਰਤਾਂ ਬਹੁਤ ਕੇਪੇਬਲ ਨੇ, ਆਪਣੀ ਕਮਿਊਨਿਟੀ 'ਚ ਮੈਂ ਖਾਸ ਕਰਕੇ ਦੇਖਦੀ ਹਾਂ ਇੰਨੀਆਂ ਕੇਪੇਬਲ ਔਰਤਾਂ। ਤੇ ਹਾਂ, ਇਹ ਵੀ ਆਪਾਂ ਉਹਦੇ 'ਚ ਗੱਲ ਕਰਦੇ ਰਹਿੰਦੇ ਕਿ ਆਪਾਂ ਉਹਨਾਂ ਨੂੰ ਹੋਰ ਐਕਸਪੀਰੀਅੰਸ ਦਈਏ, ਪਰ ਜਦੋਂ ਆਪਾਂ ਕਹਿੰਦੇ ਵੀ ਔਰਤ ਦਾ ਤਾਂ ਐਕਸਪੀਰੀਅੰਸ ਹੋਵੇ ਇੰਨਾ, ਤੇ ਬੰਦਾ ਜਿਹੜਾ ਇੱਥੇ ਘਰ ਵੇਚਦਾ ਵੀ ਜੇ ਉੱਥੇ ਚਲਾ ਗਿਆ, ਕੋਈ ਰੀਅਲਟਰ ਵੀ ਸੀਗਾ, ਉਹ ਕਹਿੰਦੇ ਬਹੁਤ ਵਧੀਆ ਜੀ ਇਹ ਰੀਅਲਟਰ ਹੈ, ਇਹਦੇ ਲਈ ਗੁੱਡ ਹੈ, ਪਰ ਔਰਤ ਹੈ ਉਹਦੇ ਕੋਲ ਆ ਵੀ ਹੋਵੇ, ਉਹਦੇ ਕੋਲ ਆ ਵੀ ਹੋਵੇ, ਉਹਦੇ ਲਈ ਲਿਸਟ ਐਡੀ ਵੱਡੀ ਕਰ ਦੇਣੀ ਆ ਆਪਾਂ ਉਹਨੂੰ ਕੇਪੇਬਲ ਕਰਨ ਦੇ ਲਈ। ਬੰਦੇ ਲਈ ਇਹੀ ਕਾਫੀ ਹੈ ਵੀ ਚੱਲ ਉਹਨੂੰ 4 ਬੰਦੇ ਜਾਣਦੇ ਆ ਵਿੱਚੇ, ਉਹਨੂੰ ਪੋਲੀਟਿਕਸ ਦੇ ਵਿੱਚ ਜਿਹੜੇ ਆਪਣੇ ਪਾਰਟੀ ਦੇ ਵਿੱਚ ਬੰਦੇ ਜਾਣਦੇ ਆ, ਉਹਨੇ ਪੈਸੇ ਇਕੱਠੇ ਕਰ ਲੈਣੇ ਆ ਜਾਂ ਉਹਨੇ ਪੈਸੇ ਦਿੱਤੇ ਹੋਏ ਪਾਰਟੀ ਨੂੰ। ਆਹੀ ਕੁਆਲੀਫਿਕੇਸ਼ਨ ਬੰਦੇ ਦੀ ਜੇ ਆਪਾਂ ਭਾਲਣੀ ਹੈ, ਇਟ ਇਜ਼ ਵੈਰੀ ਸੈਡ। ਆਈ ਥਿੰਕ ਇਟਸ ਇੰਪੋਰਟੈਂਟ ਜਦੋਂ ਮੀਡੀਆ ਕਿਸੇ ਵੀ ਕੈਂਡੀਡੇਟ ਨੂੰ ਪਿਕ ਕਰਦਾ ਤਾਂ ਉਹਦੀ ਕ੍ਰੈਡੀਬਿਲਿਟੀ ਜਿਹੜੀ ਉਹਦੀ ਸਿੰਸੀਅਰਲੀ ਚੈੱਕ ਕਰੇ ਵੀ ਹਾਂ ਤੁਸੀਂ ਇਹ ਕਹਿ ਰਹੇ ਹੋ ਤੁਸੀਂ ਕੀਤਾ, ਤੁਸੀਂ ਕਦੋਂ ਕੀਤਾ ਸੀ। ਉਹ ਕਹਿ ਦਿੰਦੇ ਆ, ਮੈਂ ਦੇਖਿਆ ਤੇ ਮਤਲਬ ਮੈਨੂੰ ਪਤਾ ਝੂਠੇ ਝਾਠੇ ਜੇ ਸਭ ਕੁਝ ਲਿਖਿਆ ਹੁੰਦਾ, ਬਣਾਟੀ ਚੀਜ਼ਾਂ ਬਣਾਈਆਂ ਹੁੰਦੀਆਂ ਸਰਫੇਸ ਤੋਂ, ਪਰ ਆਪਾਂ ਨੂੰ ਵੀ ਨੀਡ ਟੂ ਡੂ ਇਨਵੈਸਟੀਗੇਟਿਵ ਜਰਨਲਿਜ਼ਮ। ਮੀਡੀਆ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਨਵੈਸਟੀਗੇਟਿਵ ਜਰਨਲਿਜ਼ਮ ਕਰਨ ਦੀ ਲੋੜ ਹੈ। ਇਹ ਨਹੀਂ ਵੀ ਉੱਥੇ ਬੋਲ ਤੇ ਕਾਪੀ ਪੇਸਟ ਕਰਕੇ ਆਪਾਂ ਇੱਥੇ ਲਿਖ ਦਿੱਤਾ। ਆਪਾਂ ਉਸ ਚੀਜ਼ ਬਾਰੇ ਇਨਵੈਸਟੀਗੇਸ਼ਨ ਜਦੋਂ ਕਰਦੇ ਸਿੰਸੀਅਰਲੀ, ਇਹ ਨਹੀਂ ਵੀ ਕਿਸੇ ਨੂੰ ਸੁੱਟਣ ਲਈ ਕਰ ਰਹੇ ਹਾਂ,
ਪਰ ਜੈਨੂਇਨ ਜਿਹੜੀ ਹੈ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਆਪਾਂ ਆਮ ਲੋਕ ਵੀ ਆ, ਘੱਟੋ ਘੱਟ ਆਪਾਂ ਨੂੰ ਉਹਦੇ ਕੋਈ 5-10 ਸਾਲਾਂ ਦਾ ਤਾਂ ਪਤਾ ਹੋਵੇ ਬੰਦਾ ਕੀ ਕਰ ਰਿਹਾ। ਤੁਸੀਂ ਹੁਣ ਇੱਕ ਹਫ਼ਤੇ ਤੋਂ ਤੁਹਾਨੂੰ ਕਿਸੇ ਨੂੰ ਜਾਣਨ ਲੱਗੇ, ਤੁਸੀਂ ਉਹਨੂੰ ਵੋਟ ਦੇ ਰਹੇ ਹੋ, ਉਹਦਾ ਕੋਈ ਪਿਛਲਾ ਕੋਈ 5-10 ਸਾਲ ਤਾਂ ਫਰੋਲੋ ਵੀ ਬੰਦੇ ਨੇ ਕੀ ਕੀਤਾ। ਸੋ ਇਹ ਜਦੋਂ ਕਰਨ ਲੱਗੋਗੇ ਤਾਂ ਸੋ ਔਰਤਾਂ ਦੀ ਨਹੀਂ ਪ੍ਰੋਬਲਮ, ਉੱਥੇ ਨੋਮੀਨੇਸ਼ਨ ਤੱਕ ਪਹੁੰਚਣ ਦੀ ਪ੍ਰੋਬਲਮ ਨਹੀਂ ਜੇ ਉਹਨਾਂ ਦੇ ਰਾਹ ਖੁੱਲੇ ਛੱਡੇ ਜਾਣ। ਦੇਰ ਆਰ ਪਲੈਂਟੀ ਆਫ ਕੈਪੇਬਲ, confident, well deserving women who will come and speak the truth, who will come and help the community, help Canada. Just ਜਿਹੜੇ ਥੋੜੇ ਜਿਹੇ ਬੰਦਿਆਂ ਨੂੰ ਉਹਨਾਂ ਨੂੰ ਥੋੜਾ ਜਿਹਾ ਕਹਿਣਾ ਪੈਣਾ ਵੀ you make space and you don't have a choice. ਜਿਹੜਾ ਰਾਜਨੀਤੀ ਦੇ ਵਿੱਚ ਔਰਤਾਂ ਨਹੀਂ ਆ 50% ਅਸੀਂ ਦੇਖ ਰਹੇ ਹਾਂ ਵੀ ਕੀ ਇਹਦੇ ਤੋਂ ਬਿਨਾ ਕਰਨ ਦੇ ਲਈ ਔਰਤਾਂ ਦੂਜੇ ਫੀਲਡ ਵਿੱਚ ਹੋ ਸਕਦੀਆਂ ਕਿ ਉੱਥੇ ਵੀ ਐਸੇ ਤਰ੍ਹਾਂ ਹੀ ਮੁਸ਼ਕਲਾਂ ਆ ਜਿੱਥੇ ਇਹਨਾਂ ਨੇ ਜਾਣਾ? ਹਰ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਤੁਸੀਂ, ਕਿਉਂਕਿ ਇਹ ਇੱਕ ਤੁਹਾਨੂੰ ਨਾ ਇੱਕ ਸਨੈਪਸ਼ਾਟ ਦੱਸਦਾ ਸੋਸਾਇਟੀ ਦਾ, ਇੱਕ ਸੋਸਾਇਟੀ ਕਿਹੋ ਜਿਹੀ ਹੈ। ਜਿਹੜੇ ਪਾਲਿਸੀ ਮੇਕਰਸ ਨੇ ਜਦੋਂ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਬਲੰਟਲੀ ਤੁਹਾਨੂੰ ਡਿਸਰਿਗਾਰਡ ਕਰ ਰਹੇ ਹਾਂ, ਠੀਕ ਹੈ, ਸਭ ਤੋਂ ਵੱਡੇ ਆਪਾਂ ਰੋਲ ਮਾਡਲ ਹੀ ਕਹਿੰਦੇ ਨਾ, ਸਭ ਤੋਂ ਵੱਡੇ ਜਿਹੜੀ ਇੰਸਟੀਟਿਊਸ਼ਨ ਆ ਉਹ ਤੁਹਾਨੂੰ ਦੱਸ ਰਹੀ ਆ ਔਰਤੋਂ ਤੁਸੀਂ ਕੈਪੇਬਲ ਨਹੀਂ ਹੈਗੀਆਂ, ਤੁਹਾਡੇ 'ਚ ਕੌਨਫੀਡੈਂਸ ਨਹੀਂ ਹੈਗਾ ਹਜੇ, ਤੁਹਾਨੂੰ ਅਸੀਂ ਹੋਰ ਡਿਵੈਲਪ ਕਰਾਂਗੇ ਤਾਂ ਫਿਰ ਤੁਹਾਨੂੰ 100 ਸਾਲਾਂ ਬਾਅਦ ਮੁੱਦਾ ਦੇਵਾਂਗੇ। ਜਦੋਂ ਸਭ ਤੋਂ ਟਾਪ ਆਰਗੇਨਾਈਜੇਸ਼ਨ ਦੇ ਵਿੱਚ 50% ਦੀ ਕਲੀਅਰ ਵਿਜ਼ਿਬਿਲਿਟੀ ਨਹੀਂ ਤਾਂ ਉਹ ਇਹ ਦੱਸ ਰਹੀਆਂ ਕਿ ਔਰਤਾਂ ਕੈਪੇਬਲ ਨਹੀਂ, ਉਹ ਤੁਹਾਨੂੰ ਦੱਸ ਰਹੀਆਂ। ਤੇ ਜਦੋਂ ਉੱਥੇ ਦੱਸ ਰਹੀਆਂ ਤੇ ਭਾਵੇਂ ਉਹ ਡਾਕਟਰ ਬਣ ਜਾਣ ਤੇ ਭਾਵੇਂ ਉਹ ਕਿਸੇ ਵੀ ਫੀਲਡ 'ਚ ਆ, ਫੋਟੋਗ੍ਰਾਫਰ ਬਣ ਰਹੀਆਂ, ਕਿਸੇ ਵੀ ਤਾਂ ਉਹਨਾਂ ਨੇ ਤੁਹਾਨੂੰ ਇੱਕ ਰੋਲ ਮਾਡਲ ਸੈੱਟ ਕਰ ਦਿੱਤਾ ਕਿ ਔਰਤਾਂ ਦੇ ਆਰ ਨਾਟ ਕੈਪੇਬਲ, ਸਪੈਸ਼ਲੀ ਇਨ ਡਿਸੀਜਨ ਮੇਕਿੰਗ ਰੋਲ ਦੇ ਵਿੱਚ, ਲੀਡਰਸ਼ਿਪ ਦੇ ਵਿੱਚ। ਸੋ ਇਹ ਕਲੈਰਿਟੀ ਹੈ, ਇਹਦੇ 'ਚ ਕਿਸੇ ਨੂੰ ਕੋਈ ਵਹਿਮ ਨਹੀਂ ਹੋਣਾ ਚਾਹੀਦਾ। ਤੇ ਉਹਦੇ ਲਈ ਵੀ ਇਹ ਨਹੀਂ ਕਿ ਔਰਤਾਂ ਕੈਪੇਬਲ ਨਹੀਂ ਹੈ, ਇਹ ਹੈ ਕਿ ਓਪਰਚੁਨਿਟੀ ਨਹੀਂ ਦਿੱਤੀ ਜਾਂਦੀ। ਡਿਸਕ੍ਰਿਮੀਨੇਸ਼ਨ ਜਦੋਂ ਕੀਤੀ ਜਾਂਦੀ ਆ, ਹੁਣ ਇੰਡੀਜਨਸ ਦੇ 1000 ਤੋਂ ਵੱਧ ਬੱਚੇ ਜਿਹੜੇ ਆਪਾਂ ਨੂੰ ਲੱਭ ਗਏ ਆ, ਹਜ਼ਾਰਾਂ ਹੋਰ ਹਜੇ ਲੱਭਣਗੇ। ਲੰਡਨ ਫੈਮਿਲੀ ਵਾਲੀ ਦੀ ਵੀ ਗੱਲ ਹੋਊਗੀ, ਹੈ ਨਾ। ਤਾਂ ਇਹ ਸਾਰਾ ਕੁਝ ਵੀ ਪਹਿਲਾਂ ਨਹੀਂ ਸੀ ਪਤਾ ਗਵਰਨਮੈਂਟ ਨੂੰ। ਹੋ ਸਕਦਾ ਹੈ ਵੀ ਆਮ ਜਿਹੜੇ ਆਪਾਂ ਲੋਕ ਬੈਠੇ ਉਹਨਾਂ ਨੂੰ ਨਾ ਪਤਾ ਹੋਵੇ, ਪਰ ਜਿਹੜੇ ਲੋਕੀ ਗਵਰਨਮੈਂਟ 'ਚ ਕੰਮ ਕਰਦੇ ਸੀ, ਜਿਹੜੇ ਲੋਕ, ਉਹਨਾਂ ਨੂੰ ਪਤਾ ਸੀ ਕਿ ਇੰਨੇ ਸਾਲਾਂ ਤੋਂ ਉਹ ਬੱਚੇ ਮਾਰੇ ਆ, ਉਹ ਡਿਸਕ੍ਰਿਮੀਨੇਸ਼ਨ ਹੋਈ ਹੈ। ਸੋ ਇਸ ਚੀਜ਼ ਤੋਂ ਤੁਸੀਂ ਮੁਨਕਰ ਜਿਹੜਾ ਵੀ ਸਮਾਜ ਹੋ ਰਿਹਾ, ਜਦੋਂ ਮਿਸਿੰਗ ਐਂਡ ਮਰਡਰਡ ਜਿਹੜੀਆਂ ਇੰਡੀਜਨਸ ਵੂਮਨ ਆ, RCMP ਦੇ ਵਿੱਚ 20,000 ਤੋਂ ਵੱਧ ਜਿਹੜੀਆਂ ਕੇਸ ਔਰਤਾਂ ਨੇ ਕੇਸ ਫਾਈਲ ਕੀਤੇ ਵੀ ਸਾਡੇ ਨਾਲ ਸੈਕਸ਼ੂਅਲ ਹਰਾਸਮੈਂਟ ਹੋ ਰਹੀ ਹੈ। ਸੋ ਇਹ ਤਾਂ ਤੁਹਾਨੂੰ ਦੱਸ ਰਹੇ ਆ ਵੀ ਦਿਸ ਇਜ਼, ਤੇ ਜੇ RCMP ਦੇ ਵਿੱਚ ਹੋ ਰਿਹਾ, ਪਾਰਲੀਮੈਂਟ ਦੇ ਵਿੱਚ ਹੋ ਰਿਹਾ ਡਿਸਕ੍ਰਿਮੀਨੇਸ਼ਨ ਕਰਕੇ ਹੀ ਉੱਥੇ ਔਰਤਾਂ ਦੀ ਰੈਪਰੈਜ਼ੈਂਟੇਸ਼ਨ ਨਹੀਂ ਹੈ। ਜੇ ਤੁਸੀਂ ਇੰਡੀਜਨਸ ਕਮਿਊਨਿਟੀ ਦਾ, ਜੇ ਕੋਈ ਬੰਦਾ ਬੈਂਕ 'ਚ ਜਾਂਦਾ, ਉਹ ਬੈਂਕ ਦੇ ਵਿੱਚ ਉਹਨੂੰ ਫੜ ਕੇ ਉਹਨੂੰ ਜਿਹੜੇ ਇੱਕ ਫਾਦਰ ਸਾਹਿਬ ਸੀ ਆਪਣੀ ਬੇਟੀ ਦੇ ਨਾਲ, ਉਹ ਇੰਡੀਜਨਸ ਕਮਿਊਨਿਟੀ ਵਾਲੇ ਗਏ ਸੀ, ਉਹਨਾਂ ਨੇ ਕਰ ਦਿੱਤਾ। ਸੋ ਆਪਾਂ ਹੁਣ ਇਹ ਆਪਣਾ ਅੱਖਾਂ ਬੰਦ ਕਰੀਆਂ ਹੋਈਆਂ, ਪਰ ਰਿਐਲਿਟੀ ਤਾਂ ਇਹ ਹੈ ਕਿ ਔਰਤਾਂ ਤੇ ਖਾਸ ਕਰਕੇ ਰੰਗਦਾਰ ਔਰਤਾਂ ਨੂੰ ਆਪਾਂ ਕਿਸੇ ਵੀ ਪਹਿਲੂ ਦੇ ਵਿੱਚ, ਖਾਸ ਕਰਕੇ ਜਿਹੜੇ ਮੇਨ ਕਮਿਊਨਿਟੀ ਦੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹਦੇ ਵਿੱਚ ਆਪਾਂ ਉਸ ਨੂੰ ਪੈਰ ਧਰਨ ਨਹੀਂ ਦੇ ਰਹੇ। ਤੇ ਆਪਾਂ ਆਮ ਲੋਕ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਹੈ, ਭਾਵੇਂ ਆਪਾਂ ਉਹਨਾਂ ਨੂੰ ਨੋਮੀਨੇਸ਼ਨ ਵੇਲੇ ਸਪੋਰਟ ਕਰਨਾ ਹੋਵੇ, ਭਾਵੇਂ ਉਹਨੂੰ ਸਪਾਂਸਰਸ਼ਿਪ ਦੇ ਲਈ ਕਰਨਾ ਹੋਵੇ, ਭਾਵੇਂ ਉਹਨੂੰ ਓਪਰਚੁਨਿਟੀ ਦੇਣੀ ਹੋਵੇ ਕਿਤੇ ਨਾ ਕਿਤੇ ਕੁਝ ਸਿੱਖਣ ਦੀ, ਕੋਈ ਲੀਡਰਸ਼ਿਪ ਕਰਨ ਦੀ, ਹੈ ਨਾ, ਤੇ ਉਹ ਆਪਾਂ ਨਹੀਂ ਸਪੋਰਟ ਕਰ ਰਹੇ। ਇਹ ਗਲਤੀ ਆਪਣੇ 'ਚ ਹੈ। ਆਪਾਂ ਨੂੰ ਵੀ ਪਹਿਲਾਂ, ਜੇ ਆਪਾਂ ਇਲੈਕਟ ਕਰਕੇ ਆਪਣੇ ਬੰਦੇ ਭੇਜ ਸਕਦੇ ਹਾਂ MP, ਤੇ ਆਪਾਂ ਔਰਤਾਂ ਨਹੀਂ ਭੇਜ ਸਕਦੇ? ਔਰ ਮਤਲਬ ਕੀ ਪ੍ਰੋਬਲਮ ਹੈ? ਆਪਣੀ ਗਲਤੀ ਹੈ ਉਹ, ਉਹਨਾਂ ਦੀ ਨਹੀਂ ਗਲਤੀ। ਜਿੱਦਾਂ ਜਿਹੜੀ ਤੁਸੀਂ ਤਸਵੀਰ ਦਿਖਾ ਰਹੇ ਹੋ ਕਿ, ਔਰ ਜਿਹੜੀ ਕਿ ਤਸਵੀਰ ਬਹੁਤ ਸੱਚੀ ਵੀ ਦਿਖ ਰਹੀ ਹੈ, ਜੇ ਐਸੇ ਪੇਸ ਦੇ ਉੱਤੇ ਚੱਲਦੇ ਰਹੇ ਤੇ 100 ਸਾਲ ਲੱਗ ਜਾਊਗਾ 50% ਔਰਤਾਂ ਦੀ ਗਿਣਤੀ ਹੋਣ ਦੇ ਲਈ। ਕੈਨੇਡਾ ਇੱਕ, ਮਤਲਬ ਜਦੋਂ ਮੈਂ ਫੇਰ ਕਹਿੰਦਾ ਕਿ ਡਿਵੈਲਪਡ ਕੰਟਰੀ ਦੇ ਵਿੱਚ ਅਸੀਂ ਜਿਹੜੀ ਰੋਲ ਮਾਡਲ ਆ ਦੂਜੇ ਦੇਸ਼ਾਂ ਦੇ ਲਈ ਉੱਥੇ ਬੈਠੇ ਆ, ਇਸ ਪੇਸ ਨੂੰ ਤੇਜ਼ ਕਰਨ ਦੇ ਲਈ। ਕਿਉਂਕਿ ਇੱਕ ਤਾਂ ਹੈਗਾ ਕਿ ਔਰਤਾਂ ਪਿਛਲੇ ਸਮੇਂ 'ਚ ਦਵਾਈਆਂ ਗਈਆਂ, ਹੌਲੀ ਹੌਲੀ ਉਹ ਅੱਗੇ ਤਾਂ ਆ ਰਹੀਆਂ, ਇਹ ਤੇਜ਼ ਹੋ ਜਾਵੇ, ਉਹ ਜਿਹੜਾ 100 ਸਾਲ ਆ 50 ਰਹਿ ਜਾਣ, 25 ਰਹਿ ਜਾਣ, ਕੀ ਕੀਤਾ ਜਾ ਸਕਦਾ ਆਖਰ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਇਹਦੇ ਲਈ ਕੀ ਕਰਨਾ ਚਾਹੀਦਾ? ਸੋ ਔਰਤਾਂ ਸਿਰਫ, ਜੇ ਸਾਰੀ ਵੀ ਪਾਰਲੀਮੈਂਟ ਭਰਨੀ ਹੋਵੇ ਨਾ ਤਾਂ 350 ਔਰਤਾਂ ਚਾਹੀਦੀਆਂ। ਸੋ ਇੰਨੇ ਲੱਖਾਂ 'ਚੋਂ 350 ਕੇਪੇਬਲ ਔਰਤਾਂ ਹੈਗੀਆਂ। ਜੇ ਤੁਸੀਂ ਕਹੋ ਨਾ ਵੀ ਔਰਤਾਂ, ਹਾਂ ਇਹ ਠੀਕ ਹੈ ਵੀ ਜਿੰਨੀ ਆਪਣੀ 50% ਪਾਪੂਲੇਸ਼ਨ ਹੈ ਉਹਦੇ ਵਿੱਚ ਹੋ ਸਕਦਾ ਵੀ ਹਾਂ ਓਕੇ 20,000 ਜਿਹੜੀਆਂ ਔਰਤਾਂ ਉਹ ਸਾਰੀਆਂ ਕੇਪੇਬਲ ਨਾ ਹੋਣ, ਪਰ ਮੈਂ ਇਹ ਗਾਰੰਟੀ ਕਰਦੀ ਹਾਂ ਕਿ ਅੱਜ ਜੇ ਤੁਸੀਂ ਕੋਈ 300 ਔਰਤਾਂ ਲੱਭਣੀਆਂ ਹੋਣ ਜਿਹੜੀਆਂ ਕੇਪੇਬਲ ਹੋਣ, ਉਹ ਹੈਗੀਆਂ। ਜੇ ਅੱਜ ਤੁਸੀਂ ਪਾਰਲੀਮੈਂਟ ਸਾਰੀ ਆਲ ਵੂਮਨ ਬਣਾਉਣੀ ਹੋਵੇ, ਦੇयर ਆਰ ਕੇਪੇਬਲ ਵੂਮਨ ਹੂ ਵਿਲ ਲੀਡ ਦਿਸ ਕੰਟਰੀ ਪ੍ਰੋਗਰੈਸਿਵਲੀ, ਜਿਹਦੇ ਵਿੱਚ ਹਿਊਮਨ ਰਾਈਟਸ ਦੀ ਐਕਚੁਅਲੀ ਵੈਲਿਊ ਹੋਊਗੀ। ਜਿਹੜੀਆਂ ਸਾਰੀਆਂ ਚੀਜ਼ਾਂ, ਜਿਹੜੀਆਂ ਰਿਕਨਸੀਲੀਏਸ਼ਨ ਦੀ ਗੱਲ ਕੀਤੀ ਜਾ ਰਹੀ ਆ, ਔਰਤ ਤੋਂ ਵੱਧ ਰਿਕਨਸਾਈਲ ਕੌਣ ਹੋ ਸਕਦਾ, ਕੌਣ ਕਰ ਸਕਦਾ ਬਿਹਤਰ ਰਿਸ਼ਤੇ ਨੂੰ, ਕੌਣ ਡਿਵੈਲਪ ਕਰ ਸਕਦਾ?
ਔਰਤ ਤੋਂ ਵੱਧ ਪੋਲਿਟਿਕਸ ਕਿਹਨੂੰ ਆਉਂਦੀ ਆ? ਉਹਨੇ ਬੱਚੇ ਨੂੰ ਵੀ ਸਾਂਭਣਾ, ਉਹਨੇ ਮਾਂ ਨੂੰ ਵੀ ਸਮਝਣਾ, ਆਪਣੇ ਘਰ ਵਾਲੇ ਨੂੰ ਵੀ ਸਾਂਭਣਾ, ਆਪਣੇ ਦਾਦੇ ਆਪਣੇ ਬਜ਼ੁਰਗਾਂ ਨੂੰ ਵੀ ਸਾਂਭਣਾ। ਔਰਤ ਤੋਂ ਵੱਧ ਰਿਸ਼ਤਿਆਂ ਨੂੰ ਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਪੋਲਿਟਿਕਸ ਰੱਖਣੀ ਪੈਂਦੀ ਹੈ, ਜਿਵੇਂ ਬਾਪ ਦੇ ਬੇਟੇ ਦਾ ਪਿਆਰ ਬਣਾ ਕੇ ਰੱਖਣਾ ਪੈਂਦਾ, ਪੋਲਿਟਿਕਸ ਨਹੀਂ ਉਹ ਹੈ। ਜੇ ਉਹ ਲੜ ਪੈਂਦੇ ਕਿਸੇ ਗੱਲ ਤੋਂ ਤਾਂ ਫਿਰ ਔਰਤ ਨੂੰ ਕਿਉਂ ਨਹੀਂ ਪੋਲਿਟਿਕਸ ਆਉਂਦੀ? ਜੇ ਉਹ ਡਾਕਟਰ, ਲੋਇਰ ਤੇ ਹੋਰ ਪੋਜੀਸ਼ਨਸ ਕਰ ਸਕਦੀ ਹੈ ਤੇ ਕਿੱਡੇ ਮੀਡੀਆ ਦੇ ਵਿੱਚ ਮੈਂ ਦੇਖੀਆਂ ਔਰਤਾਂ ਬਹੁਤ ਕੇਪੇਬਲ ਤਰੀਕੇ ਦੇ ਨਾਲ, ਬੜੇ ਸੋਲਿਡ ਤਰੀਕੇ ਦੇ ਨਾਲ ਕਈ ਮਸਲਿਆਂ ਨੂੰ ਨਜਿੱਠ ਰਹੀਆਂ, ਤਾਂ ਉਹਨਾਂ ਦੇ ਵਿੱਚ ਕੇਪੇਬਿਲਿਟੀ ਹੈ। ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਐਬਸੋਲੂਟਲੀ ਜੇ ਰੈਡੀਕਲ ਚੇਂਜ ਲਿਆਉਣੀ ਆ, ਜੇ ਤੁਸੀਂ ਸਿੰਸੀਅਰ ਹੋ ਇਸ ਚੀਜ਼ ਬਾਰੇ, ਤਾਂ ਪਹਿਲੀ ਗੱਲ ਤਾਂ ਤੁਸੀਂ ਇਸ ਦੇ ਲਈ ਇਹ ਕਹਿਣਾ ਪੈਣਾ ਕਿ ਆਪਾਂ 2 ਜਾਂ 3 ਟਰਮ ਤੋਂ ਬਾਅਦ ਇਹ ਸੀਟਾਂ ਖਾਲੀ ਕਰਨੀਆਂ ਪੈਣੀਆਂ, ਤੇ ਜਿਹੜੀਆਂ ਸੀਟਾਂ ਖਾਲੀ ਹੋਣਗੀਆਂ ਉਹਦੇ ਵਿੱਚ ਔਰਤਾਂ ਹੋਣਗੀਆਂ। ਇਹ ਤਾਂ ਐਬਸੋਲੂਟਲੀ ਮੈਨੂੰ ਲੱਗਦਾ ਕਿ ਉਸ ਤੋਂ ਬਿਨਾਂ ਹੋਰ ਕੋਈ ਮੈਜਿਕ ਨਹੀਂ ਆਉਣਾ। ਦੂਸਰੀ ਗੱਲ, ਜਦੋਂ ਆਪਾਂ ਇਲੈਕਟ ਕਰ ਰਹੇ ਹਾਂ, ਕਿਹੜੇ ਬੰਦੇ ਨੇ, ਕੈਂਡੀਡੇਟ ਨੇ ਕਰਨਾ, ਇਹ ਆਪਾਂ ਲੋਕਾਂ ਨੂੰ ਫਿਕਰ ਕਰਨਾ ਪੈਣਾ। ਉਹ ਪੋਲੀਟੀਸ਼ੀਅਨ ਨੇ ਪਾਲਿਸੀ ਬਣਾਉਣੀ ਆ, ਇਹ ਦੇਖਾਂਗੇ ਜਿਹੜੇ ਇੱਥੋਂ ਆਪਾਂ ਪੋਲੀਟੀਸ਼ੀਅਨ ਇਲੈਕਟ ਕਰਕੇ ਭੇਜਾਂਗੇ ਉਹ ਕਿੰਨਾ ਕੁ ਉੱਥੇ ਸਾਈਨ ਕਰਦੇ ਆ। ਪਰ ਆਪਾਂ ਲੋਕ ਕੀ ਕਰ ਸਕਦੇ ਹਾਂ? ਆਪਾਂ ਲੋਕ ਜਦੋਂ ਵੀ ਕੋਈ ਦਰਵਾਜ਼ੇ ਤੇ ਆਵੇ, ਜਿਸ ਤਰ੍ਹਾਂ ਮੈਂ ਗੱਲ ਕਰਦੀ ਸੀ ਕਿ ਹਰ ਜਦੋਂ ਕਮੇਟੀ ਹੈ, ਸੋਸ਼ਲ ਕਮੇਟੀ ਹੈ, ਕੋਈ ਪੋਲੀਟੀਕਲ ਕਮੇਟੀ ਹੈ, ਕੋਈ ਰਿਲੀਜੀਅਸ ਕਮੇਟੀ ਹੈ, ਤੁਸੀਂ ਜਦੋਂ ਕਿਸੇ ਸਟੇਜ ਕੋਈ ਇਵੈਂਟ ਕਰਨ ਦੇਖਣ ਜਾਂਦੇ ਹੋ, ਜਿੱਥੇ ਉੱਥੇ ਮਰਦ ਬੈਠੇ ਆ, ਜੇ 10 ਮਰਦ ਬੈਠੇ ਆ ਤੇ ਇੱਕ ਔਰਤ ਬੈਠੀ ਹੈ, ਤਾਂ ਤੁਹਾਨੂੰ ਪਤਾ ਕਿ ਸਾਡੇ ਲਈ ਕੰਮ ਕਰਨਾ ਜ਼ਰੂਰੀ ਹੈ। ਅਸੀਂ ਗਵਰਨਮੈਂਟ ਦੇ ਤਾਂ ਮਗਰੋਂ ਪਾਵਾਂਗੇ, ਸਾਨੂੰ ਪਤਾ ਕਿ ਇਹ ਜਿਹੜੀ ਸਾਡੀ ਆਪਦੀ ਰਾਈਟਰਸ ਐਸੋਸੀਏਸ਼ਨ ਦੀ ਗੱਲ ਕਰ ਦੋ, ਰਾਈਟਰਸ ਐਸੋਸੀਏਸ਼ਨ ਦੇ ਵਿੱਚ ਤੁਹਾਡੇ ਕੋਲ ਜੇ 50% ਔਰਤਾਂ ਨਹੀਂ ਹੈ, ਕੋਈ ਚੈਰਿਟੀ ਤੁਸੀਂ ਬਣਾ ਰਹੇ ਹੋ, ਉਸ ਔਰਤਾਂ ਉਹਦੇ ਵਿੱਚ 50% ਔਰਤਾਂ ਨਹੀਂ ਹੈ, ਤੁਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਇਕੱਠਾ ਕਰ ਰਹੇ ਹੋ ਤੇ ਉਹਦੇ ਵਿੱਚ 50% ਔਰਤਾਂ ਨਹੀਂ ਹੈ, ਤੁਸੀਂ ਥਾਂ ਛੱਡੋ ਉਹਨਾਂ ਦੇ ਲਈ ਵੀ ਤੁਸੀਂ ਆਉਣਾ, ਆਪਣੀਆਂ ਵਾਈਫਸ ਨੂੰ ਲੈ ਕੇ ਆਓ, ਆਪਣੀਆਂ ਬੱਚੀਆਂ ਨੂੰ ਲੈ ਕੇ ਆਓ, ਕਿਉਂਕਿ ਅਸੀਂ ਪਾਰਟਿਸਿਪੇਟ ਕਰਨਾ। ਸੋ ਮੈਨੂੰ ਲੱਗਦਾ ਕਿ ਹਰ ਕੋਈ ਆਪਣੀ ਬੱਚੀ ਨੂੰ ਨਾਲ ਲੈ ਕੇ ਜਾ ਸਕਦਾ, ਬੱਚੇ ਵੀ ਆਪਾਂ ਜਾਣਾ, ਆਪਾਂ ਇਹ ਚੀਜ਼ ਸਿੱਖਣੀ ਹੈ। ਤੇ ਇਹਦੇ ਵਿੱਚ ਇਹ ਮੈਂ ਤੁਹਾਨੂੰ ਕਹਿੰਦੀ ਵੀ ਗਰਾਊਂਡ ਲੈਵਲ ਤੇ ਆਪਾਂ ਨੂੰ ਅੱਖਾਂ, ਜਦੋਂ ਆਪਾਂ ਗਾਣੇ ਸੁਣਦੇ, ਮੈਂ ਕਈ ਵਾਰੀ ਗਾਣਿਆਂ ਤੇ ਉਹ ਗਾਣੇ ਦਿਖਾ ਦਿੰਦੇ ਆ ਔਰਤ ਨੂੰ, ਉਹ ਵਿਚਾਰੀ ਜੀ ਦਿਖਾ ਦਿੰਦੇ ਆ, ਉਹ ਗਲਤ ਹੈ। ਜਦੋਂ ਤੁਸੀਂ ਗਾਣਾ ਕੋਈ ਗਲਤ ਦੇਖਦੇ ਹੋ ਜਿੱਥੇ ਔਰਤ ਨੂੰ ਸੈਕਿੰਡ ਜੱਜ ਕੀਤਾ ਜਾ ਰਿਹਾ, ਉਹ ਗਲਤ ਹੈ। ਕੋਈ ਮੀਡੀਆ ਦੇਖਦੇ ਹੋ, ਕੋਈ ਟੀਵੀ ਤੇ ਕੋਈ ਟਾਕ ਸ਼ੋ ਜਾਂ ਕੁਝ ਰੇਡੀਓ ਤੇ ਆ ਰਿਹਾ, ਉਸ ਚੀਜ਼ ਤੇ ਹਰ ਇੱਕ ਚੀਜ਼ ਨੂੰ ਤੁਹਾਨੂੰ ਕਲੈਰਿਟੀ ਦੇ ਵਿੱਚ ਇਸ ਨੂੰ ਆਬਜੈਕਟਿਵਲੀ ਦੇਖਣਾ ਪੈਣਾ ਕਿ ਜਿੱਥੇ ਜਿੱਥੇ ਔਰਤ ਮਿਸਿੰਗ ਹੈ, ਜੇ ਆਪਾਂ ਐਕਚੁਅਲੀ ਆਪਾਂ ਆਪਣਾ ਭਲਾ ਚਾਹੁੰਦੇ ਹਾਂ, ਐਬਸੋਲੂਟਲੀ ਹਰ ਇੱਕ ਫਰੇਮ ਦੇ ਵਿੱਚ, ਜਿਸ ਫਰੇਮ ਦੇ ਵਿੱਚ ਔਰਤ 50% ਨਹੀਂ ਆ ਰਹੀ, ਉੱਥੇ ਆਪਣਾ ਕੰਮ ਕਰਨਾ ਬਣਦਾ। ਜੀ ਮੀਰਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸੱਦੇ ਤੇ ਆਏ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਬਹੁਤ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਆ ਕਿਸੇ ਸਮਾਜ ਨੇ ਕਿੰਨੀ ਤਰੱਕੀ ਕੀਤੀ ਆ, ਇਹ ਦੇਖਣ ਦੇ ਲਈ ਉਹਦੀ GDP ਨਹੀਂ ਦੇਖੀ ਜਾਂਦੀ, ਉਹਦੇ ਵਿੱਚ ਲੋਕਾਂ ਨੂੰ ਸਹੂਲਤਾਂ ਕਿੰਨੀਆਂ ਇਹ ਵੀ ਨਹੀਂ ਦੇਖੀਆਂ ਜਾਂਦੀਆਂ, ਉਸ ਸਮਾਜ ਦੇ ਵਿੱਚ ਔਰਤ ਦਾ ਕੀ ਸਥਾਨ ਆ, ਇਹ ਇੱਕ ਬਹੁਤ ਵੱਡਾ ਇੰਡੀਕੇਟਰ ਆ ਕਿਸੇ ਵੀ ਸੱਭਿਅਕ ਸਮਾਜ ਦੀ ਤਰੱਕੀ ਦੇ ਲਈ। ਜੇ ਉੱਥੇ ਔਰਤਾਂ 50% ਨਹੀਂ ਆ ਜਾਂ ਔਰਤਾਂ ਮਰਦਾਂ ਦੇ ਹਰ ਫੀਲਡ ਵਿੱਚ ਬਰਾਬਰ ਨਹੀਂ ਆ, ਤਾਂ ਗੱਲ ਬਹੁਤ ਸਪਸ਼ਟ ਆ ਕਿ ਉੱਥੇ ਜਿਹੜੀ ਡਿਵੈਲਪਮੈਂਟ ਹੋਈ ਆ, ਜਿਹੜੀ ਗਰੋਥ ਹੋਈ ਆ, ਉਹ ਬੈਲੈਂਸ ਨਹੀਂ ਹੋਈ। ਉਹ ਸਮਾਜ ਇੱਕ ਬੈਲੈਂਸਡ ਸਮਾਜ ਨਹੀਂ ਆ। ਔਰ ਇਸ ਪੈਰਾਮੀਟਰ ਦੇ ਨਾਲ ਜੇਕਰ ਅਸੀਂ ਅੱਜ ਸਾਡੀ ਇੱਥੇ ਦੀ ਰਾਜਨੀਤੀ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਸਪਸ਼ਟ ਨਜ਼ਰ ਆਉਂਦਾ, ਚਾਹੇ ਉਹ ਗੋਰੇ ਨੇ, ਚਾਹੇ ਰੰਗਦਾਰ ਨੇ, ਚਾਹੇ ਦੂਜੇ ਨੇ, ਸਪਸ਼ਟ ਇੱਕ ਲਾਈਨ ਖਿੱਚੀ ਆ ਕਿ ਨਹੀਂ, ਇਹ ਬਰਾਬਰ ਦੀ ਗਰੋਥ ਇੱਥੇ ਨਹੀਂ ਹੋਈ। ਇਹਦੇ ਵਿੱਚ ਬਹੁਤ ਕੁਝ ਕਰਨ ਦੀ ਅਜੇ ਵੀ ਲੋੜ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।